ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਦੇਸ਼ 'ਚ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਇੱਕ ਪਾਸੇ ਮਨਜਿੰਦਰ ਸਿਰਸਾ ਵਰਗੇ ਸਿਆਸੀ ਆਗੂ ਪਾਰਟੀ ਤੋਂ ਅਸਤੀਫਾ ਦੇ ਰਹੇ ਨੇ ਤਾਂ ਦੂਜੇ ਪਾਸੇ ਸਿਆਸੀ ਧਿਰਾਂ ਇੱਕ ਦੂਜੇ ਨੂੰ ਬਿਆਨਬਾਜ਼ੀ ਕਰਦੇ ਆ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ। ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਜਿਵੇਂ ਜਿਵੇਂ ਸਾਲ 2022 ਦੇ 5 ਸੂਬਿਆਂ ਦੀ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਦੇਸ਼ 'ਚ ਸਿਆਸੀ ਘਮਾਸਾਨ ਜਿਹੜਾ ਹੈਗਾ ਹੋਰ ਤੇਜ਼ ਹੁੰਦਾ ਜਾ ਰਿਹਾ। ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਘੇਰਨ ਦੀ ਪੂਰੀ ਕੋਸ਼ਿਸ਼ਾਂ ਕਰ ਰਹੀਆਂ। ਜੇਕਰ ਗੱਲ ਕਰੀਏ ਮਮਤਾ ਬੈਨਰਜੀ ਵੱਲੋਂ ਕੱਲ੍ਹ ਕਾਂਗਰਸ ਪਾਰਟੀ 'ਤੇ ਇੱਕ ਵੱਡਾ ਬਿਆਨ ਦਿੰਦਿਆਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਅੱਜ ਉਸੇ ਤਰ੍ਹਾਂ ਜਿਹੜਾ ਹੈਗਾ ਰਾਜਨੀਤਿਕ ਮਾਹਰ ਜਿਹੜੇ ਨੇ ਪ੍ਰਸ਼ਾਂਤ ਕਿਸ਼ੋਰ, ਉਹਨਾਂ ਵੱਲੋਂ ਵੀ ਉਸੇ ਤਰ੍ਹਾਂ ਦਾ ਇੱਕ ਬਿਆਨ ਦਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਬਿਆਨ ਕੀ ਸੀ ਤੇ ਕੀ ਕਹਿੰਦੇ ਇਸ ਬਿਆਨ ਦੇ ਜਿਹੜੇ ਇਸ ਸਮੇਂ ਕੀ ਮਾਇਨੇ। ਅਸਲ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਿਉਂਕਿ ਬੀਜੇਪੀ ਡੋਮੀਨੇਟ ਕਰ ਰਹੀ ਹੈ, ਭਾਰੂ ਪਾਰਟੀ ਹੈ, ਖਾਸ ਤੌਰ 'ਤੇ ਪਾਰਲੀਮੈਂਟ 'ਚ ਵੀ 2014 ਤੋਂ, ਅਤੇ 2014 ਤੋਂ ਬਾਅਦ ਬਹੁਤ ਸਾਰੇ ਰਾਜਾਂ 'ਚ ਵੀ ਜਿਹੜੀਆਂ ਵਿਧਾਨ ਸਭਾਵਾਂ ਹੋਈਆਂ ਨੇ, ਹੁਣ ਬਹੁ ਗਿਣਤੀ ਰਾਜਾਂ ਦੇ ਵਿੱਚ ਵੀ ਬੀਜੇਪੀ ਨੇ ਸਰਕਾਰ ਬਣਾ ਲਈ ਹੈ। ਨਾ ਕੇਵਲ ਇੱਕ ਇਕੱਲਾ ਸੈਂਟੀਮੈਂਟ ਦਾ ਸਵਾਲ ਹੈ, ਜਜ਼ਬਾਤ ਬਹੁ ਗਿਣਤੀ ਨੂੰ ਨਾਲ ਲਾ ਕੇ ਹਿੰਦੂਤਵ ਏਜੰਡੇ 'ਤੇ, ਪਰ ਫੋਰਸ ਵਰਤ ਕੇ ਵੀ ਹੈ। ਮਤਲਬ ਜਿਹੜੀਆਂ ਏਜੰਸੀਆਂ ਦਾ ਕੰਮ ਹੈ ਜਾਂ ਦਲ ਬਦਲੀ ਕਰਾ ਕੇ ਵੀ ਹੈ। ਕਿੰਨੇ ਸਟੇਟਾਂ ਨੇ ਜਿੱਥੇ ਦਲ ਬਦਲੀਆਂ ਕਰਾ ਕੇ ਵੀ ਉਹਨੇ ਸਰਕਾਰਾਂ ਬਣਾਈਆਂ। ਦਲ ਬਦਲੀਆਂ ਚਾਹੇ ਮੱਧ ਪ੍ਰਦੇਸ਼ ਦੇ ਵਿੱਚ ਮਾਧਵਰਾਓ ਸਿੰਧੀਆ ਨੂੰ ਇੱਧਰ ਲਿਆ ਕੇ 20-21 MLA ਉਹਦੇ ਨਾਲ ਆਏ ਅਤੇ ਸਰਕਾਰ ਬਦਲ ਗਈ, ਕਾਂਗਰਸ ਦੀ ਬਜਾਏ ਆਪਣੀ ਬਣਾ ਲਈ। ਅਰੁਣਾਚਲ 'ਚ ਐਂ ਕੀਤਾ, ਗੋਆ 'ਚ ਐਵੇਂ ਕੀਤਾ, ਕਿੰਨੀਆਂ ਜਗ੍ਹਾ ਐਵੇਂ ਵੀ ਕੀਤਾ ਮਤਲਬ ਬੀਜੇਪੀ ਨੇ। ਅਤੇ ਹੁਣ ਫਿਰ ਸਵਾਲ ਇਹ ਪੈਦਾ ਹੁੰਦਾ ਹੈ, ਸਾਰਿਆਂ 'ਚ ਬੇਚੈਨੀ ਹੁੰਦੀ ਹੈ ਕਿ ਮਤਲਬ ਬੀਜੇਪੀ ਦਾ ਵਿਰੋਧ ਕੀਤਾ ਕਿਵੇਂ ਜਾਵੇ, ਕੋਈ ਪਾਲੀਟਿਕਸ ਇਹੋ ਜਿਹੀ ਖੜੀ ਕਿਵੇਂ ਕੀਤੀ ਜਾਵੇ। ਉਹ ਸਾਰੀ ਸਿਆਸਤ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਮਤਾ ਬੈਨਰਜੀ ਇੱਕ ਸਿੰਬਲ ਆਫ ਰਜਿਸਟੈਂਸ, ਜਿਵੇਂ ਵਿਰੋਧ ਦੀ ਸਿਆਸਤ ਦੇ ਚਿੰਨ੍ਹ ਦੇ ਤੌਰ 'ਤੇ ਉੱਭਰੀ ਬੰਗਾਲ ਦੀ ਚੋਣ ਤੋਂ। ਕਿਉਂਕਿ ਬੰਗਾਲ ਦੀ ਚੋਣ 'ਚ ਜਿੰਨਾ ਜ਼ੋਰ ਬੀਜੇਪੀ ਦਾ ਲੱਗਿਆ ਸੀ, ਮਮਤਾ ਨੇ ਉਹਨਾਂ ਨੂੰ ਹਰ ਗੱਲ 'ਤੇ ਕਾਊਂਟਰ ਕੀਤਾ। ਚਾਹੇ ਉਹ ਸੜਕ ਦੀ ਰਾਜਨੀਤੀ, ਸੜਕ ਗਈ, ਚਾਹੇ ਉਹ ਹੋਰ ਧਾਰਮਿਕ ਗੱਲ ਸੀ, ਇਹ ਜੈ ਸ਼੍ਰੀ ਰਾਮ ਕਹਿੰਦੇ ਸੀ, ਉਹ ਦੁਰਗਾ ਜੈ ਦੁਰਗਾ ਦਾ ਜੋ ਵੀ ਸਿੰਬਲ ਆਏ ਉਹ ਸਾਰਿਆਂ 'ਚੋਂ ਨੇ ਗੱਲ ਕੀਤੀ। ਉਦੋਂ ਬਾਅਦ ਵੀ ਸਰਕਾਰ ਬਣਨ ਤੋਂ ਬਾਅਦ ਵੀ ਬੰਗਾਲ ਹੈ ਇਕੱਲਾ ਜਿੱਥੇ ਬੀਜੇਪੀ ਦੇ ਬਹੁਤ ਆਗੂ ਮੁੜ ਕੇ TMC 'ਚ ਚਲੇ ਗਏ ਨੇ ਕਰਦੇ। ਅਤੇ ਇਹਨੇ ਚੋਣਾਂ ਤੋਂ ਪਹਿਲਾਂ ਹੀ ਇੱਕ ਚਿੱਠੀ ਲਿਖੀ ਸੀ ਸਾਰੇ ਵਿਰੋਧੀ ਧਿਰ ਦੇ ਆਗੂਆਂ ਨੂੰ ਕਿ ਬੀਜੇਪੀ ਦਾ ਮੁਕਾਬਲਾ ਕਰਨ ਵਾਸਤੇ ਦੇਸ਼ 'ਚ ਇੱਕ ਫਰੰਟ ਦੀ ਲੋੜ ਹੈ। ਉਹ ਬਹੁਤ ਜ਼ਿਆਦਾ ਹੁੰਗਾਰਾ ਨਹੀਂ ਮਿਲਿਆ ਮਤਲਬ ਵੱਖ-ਵੱਖ ਥਾਵਾਂ ਤੋਂ। ਫਿਰ ਇਹ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਮਿਲੀ, ਹੋਰ ਕਿਤੇ ਵੀ ਦਿੱਲੀ ਵੀ ਆ ਕੇ ਮਿਲੇ ਸੀਗੇ, ਅਲੱਗ-ਅਲੱਗ ਜਗ੍ਹਾ। ਹੁਣ ਕੱਲ੍ਹ ਸ਼ਰਦ ਪਵਾਰ ਨੂੰ ਮਿਲਣ ਤੋਂ ਬਾਅਦ ਇਹਨੇ ਕਿਹਾ ਕਿ ਕਾਂਗਰਸ ਜਿਹੜੀ ਹੈ ਉਹ ਨਹੀਂ ਹੈ ਮਤਲਬ ਇੱਕ ਚੱਲ ਸਕਦੀ ਲੀਡਰ ਦੇ ਤੌਰ 'ਤੇ ਉਸ ਪੱਧਰ ਦੇ ਉੱਤੇ। ਅਤੇ ਨਾਲ ਉਹਨੇ ਕਮੈਂਟ ਵੀ ਕਰਤਾ ਰਾਹੁਲ ਗਾਂਧੀ 'ਤੇ ਇਹੋ ਜਿਹਾ ਕਿ ਵਿਦੇਸ਼ ਛੁੱਟੀਆਂ ਮਨਾਉਣ ਨਾਲ ਸਿਆਸਤ ਨਹੀਂ ਚੱਲਦੀ, ਮਤਲਬ ਇੱਥੇ ਲਗਾਤਾਰ ਜਿਹੜਾ ਲੋਕਾਂ 'ਚ ਰਹਿਣਾ ਪੈਂਦਾ, ਲੋਕਾਂ 'ਚ ਰਹਿ ਕੇ ਇਹ ਚੀਜ਼ ਹੋ ਸਕਦੀ ਹੈ। ਇਸ ਲਈ ਹੁਣ ਜਦੋਂ ਸਵਾਲ ਕੀਤਾ ਵੀ UPA ਹੈ ਤਾਂ ਉਹਨੂੰ ਕਿਹਾ ਕਿ UPA ਨਾਂ ਦੀ ਕੋਈ ਚੀਜ਼ ਹੁਣ ਹੈ ਨਹੀਂ, ਉਹ ਖਤਮ ਹੈ। ਅਤੇ ਉਹਦੀ ਗੱਲ 'ਚ ਇੱਕ ਹੱਦ ਤੱਕ ਸੱਚਾਈ ਵੀ ਹੈ। ਸੱਚਾਈ ਇਸ ਐਂਗਲ ਤੋਂ ਹੈ ਕਿ ਜਿਹੜੇ ਫਰੰਟ ਬਣੇ ਨੇ UPA, ਬੜੇ ਲੰਮੇ ਸਮੇਂ ਤੋਂ ਮੈਨੂੰ ਲੱਗਦਾ UPA ਦੀ ਕੋਈ ਮੀਟਿੰਗ ਹੋਣੀ ਜਾਂ ਕੋਈ ਉਹਦਾ ਏਜੰਡਾ ਜਾਂ ਉਹਦੇ ਆਧਾਰ 'ਤੇ ਗੱਲ ਹੋਣੀ, ਇਹ ਕਾਫੀ ਦੇਰ ਦੀ ਬੰਦ ਹੈ ਲਗਭਗ। ਅਤੇ ਇਸੇ ਤਰ੍ਹਾਂ ਮੈਨੂੰ ਤਾਂ ਲੱਗਦਾ NDA ਵੀ ਉਹ ਨਾਂ ਦਾ NDA ਹੈ। ਜਦੋਂ ਸੁਖਬੀਰ ਬਾਦਲ ਅਲੱਗ ਹੋਇਆ ਤਾਂ ਉਹਨੇ ਕਿਹਾ ਕਦੇ ਉਹਦੀ ਮੀਟਿੰਗ ਨਹੀਂ ਸੀ ਹੋਈ। ਅਤੇ ਜਿਹੜੀ ਡੋਮੀਨੇਟ ਪਾਰਟੀ ਕਰਦੀ ਹੁੰਦੀ ਆ ਉਹ ਆਪਣੇ ਆਪ ਹੀ ਚੱਲਦੀ ਹੈ, ਮਤਲਬ ਚਲਾਉਂਦੀ ਰਹਿੰਦੀ ਹੈ। ਅਤੇ ਇਸ ਸਾਰੇ ਮਾਮਲੇ ਦੇ ਵਿੱਚ ਫਿਰ ਉਹਨੇ ਕਿਹਾ ਕਿ ਸਮੂਹਿਕ ਲੀਡਰਸ਼ਿਪ ਹੋ ਸਕਦੀ ਹੈ, ਲੀਡਰਸ਼ਿਪ ਦਾ ਕੁਐਸਚਨ ਨਹੀਂ ਹੈ। ਪਹਿਲਾਂ ਬੀਜੇਪੀ ਦੇ ਖਿਲਾਫ ਇੱਕ ਅਲਾਇੰਸ ਖੜਾ ਕਰਦੀ ਹੈ। ਲਗਭਗ ਉਹੋ ਜਿਹੇ ਵਿਚਾਰ ਪ੍ਰਸ਼ਾਂਤ ਕਿਸ਼ੋਰ ਨੇ, ਜਿਹੜਾ ਕਿਹਾ ਇੱਕ ਵਾਰ ਇਹ ਵੀ ਕਿਹਾ ਜਾਂਦਾ ਸੀ ਕਿ ਸ਼ਾਇਦ ਉਹ ਕਾਂਗਰਸ ਨੂੰ ਜਲਾ ਦੇਵੇਗਾ। ਰਾਹੁਲ ਗਾਂਧੀ ਨਾਲ ਮੀਟਿੰਗਾਂ ਵੀ ਹੋਈਆਂ ਸੀ। ਇਹ ਵੀ ਕਹਿਣ ਲੱਗੇ ਸੀ ਲੋਕ ਕਿ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਪਿੱਛੇ ਵੀ ਉਹਦੀ ਸਲਾਹ ਕੰਮ ਕਰ ਰਹੀ ਹੈ। ਪਰ ਹੁਣ ਉਹਨੇ ਇਹ ਬਿਆਨ ਦਿੱਤਾ, ਪਹਿਲਾਂ ਵੀ ਦਿੱਤਾ ਸੀ ਕਾਂਗਰਸ 'ਤੇ ਅਤੇ ਹੁਣ ਵੀ ਦਿੱਤਾ ਹੈ। ਉਹ ਕਹਿੰਦਾ ਵੀ ਪਰਮਾਨੈਂਟ ਗਰੰਟੀ ਕੀ ਹੈ, ਕਿਹਨੇ ਦੱਸਿਆ ਕੋਈ ਜੋ ਮਤਲਬ ਕਿ ਇੱਕੋ ਪਰਿਵਾਰ ਦੇ ਵਿੱਚੋਂ ਹੀ ਆਗੂ ਹੋਊਗਾ। ਇਹ ਕਿਸੇ ਦਾ ਨਾਂ ਨਹੀਂ ਲਿਖੀ ਹੋਈ ਕਾਂਗਰਸ ਪਾਰਟੀ ਕਿ ਇੱਕੋ ਬੰਦਾ ਆਗੂ ਚੱਲਦਾ ਰਹੂਗਾ। ਅਤੇ ਪਾਰਟੀ ਦੇ ਵਿੱਚ ਹਾਲਾਂਕਿ ਪਾਰਟੀ ਵੱਡੀ ਹੈ, ਉਹ ਕਹਿੰਦਾ ਕਈ ਜਗ੍ਹਾ ਭੂਮਿਕਾ ਨਿਭਾਉਂਦੀ ਹੈ, ਪਰ ਜਿਹੜਾ ਆਗੂ ਦੀ ਗੱਲ ਹੈ ਇਹ ਨਹੀਂ ਹੈ ਮੰਨਣਯੋਗ ਕਿ ਇੱਕੋ ਫੈਮਿਲੀ 'ਚੋਂ ਜਾਂ ਇੱਕੋ ਬੰਦਾ ਅਗਵਾਈ ਕਰ ਸਕਦਾ। ਹੁਣ ਰਲ ਮਿਲ ਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇੱਕ ਏਜੰਡਾ, ਇੱਕ ਰਾਏ ਮਾਹੌਲ ਬਣਾਇਆ ਜਾ ਰਿਹਾ ਵਿਰੋਧੀਆਂ 'ਚ ਵੀ, ਵਿਰੋਧੀ ਧਿਰਾਂ 'ਚ ਵੀ।
ਇੱਕ ਤਾਂ ਕਾਂਗਰਸ ਦੇ ਵਿੱਚੋਂ ਵੀ ਥੋੜ੍ਹਾ ਜਿਹਾ ਇੱਕ ਇਹ ਕਿ ਕੋਈ ਨਵੀਂ ਲੀਡਰਸ਼ਿਪ ਆਵੇ, ਦੂਜਾ ਇਹ ਹੈ ਕਿ ਇੱਕ ਪਾਰਟੀ ਕਹੇ ਬੈਠ ਕੇ ਕਿ ਮੈਨੂੰ ਲੀਡਰ ਮੰਨੋ, ਇਹਦੀ ਬਜਾਏ ਇੱਕ ਸਮੂਹਿਕ ਲੀਡਰਸ਼ਿਪ ਦੀ ਵੀ ਗੱਲ ਹੈ। ਹੁਣ ਕਿਉਂਕਿ ਜਦੋਂ ਦਾ ਕਿਸਾਨ ਅੰਦੋਲਨ ਦੀ ਇੱਕ ਜਿੱਤ ਹਾਸਲ ਕੀਤੀ ਹੈ 3 ਕਾਨੂੰਨ ਵਾਪਸ ਦਿਵਾਉਣ ਦੀ, ਉਦੋਂ ਦਾ ਪਾਰਟੀਆਂ ਦੇ ਵਿੱਚ ਇੱਕ ਹੌਸਲਾ ਵੀ ਆਇਆ ਹੈ ਕਿ ਬੀਜੇਪੀ ਨੂੰ ਕਾਊਂਟਰ ਕੀਤਾ ਜਾ ਸਕਦਾ ਤੇ ਕੀਤਾ ਜਾ ਸਕਦਾ। ਕਿਸਾਨ ਅੰਦੋਲਨ ਨੇ ਇੱਕ ਨਵੀਂ ਸਮਝਦਾਰੀ ਵੀ ਪੈਦਾ ਕੀਤੀ ਹੈ, ਤਾਂ ਉਹਨਾਂ ਨੂੰ ਇਹ ਵੀ ਲੱਗਦਾ ਕਿ ਜ਼ਰੂਰੀ ਨਹੀਂ ਇੱਕ ਲੀਡਰ ਦੀ ਅਗਵਾਈ 'ਚ ਹੋਵੇ, ਜੇ ਇੱਥੇ ਕਿੰਨੇ ਲੀਡਰਾਂ ਦੀ ਅਗਵਾਈ 'ਚ ਸਮੂਹਿਕ ਇੱਕ ਜਦੋਜਹਿਦ ਹੋ ਸਕਦੀ ਹੈ ਤੇ ਪੋਲੀਟੀਕਲ ਜਦੋਜਹਿਦ ਵੀ ਤਾਂ ਸਮੂਹਿਕ ਹੋ ਸਕਦੀ ਹੈ ਵੱਖ-ਵੱਖ ਧਿਰਾਂ ਨੇ। ਇਸੇ ਕਰਕੇ ਜਿਹੜਾ ਜ਼ੋਰ ਹੈ ਇਸ ਵਾਰ ਮਮਤਾ ਬੈਨਰਜੀ ਨੇ ਉਹ ਦਿੱਤਾ ਖੇਤਰੀ ਪਾਰਟੀਆਂ ਤੇ ਕਿ ਘੱਟੋ ਘੱਟ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ। ਹੁਣ ਇੱਕ ਮਾਹੌਲ ਆਪਾਂ ਦੇਖ ਵੀ ਰਹੇ ਹਾਂ, ਜਿਹੜਾ ਤਾਮਿਲਨਾਡੂ ਦਾ ਚੀਫ ਮਿਨਿਸਟਰ ਹੈ ਸਟਾਨਨ, ਉਹਨਾਂ ਨੇ ਨੀਟ ਦੇ ਮੁੱਦੇ 'ਤੇ ਜਿਹੜੇ ਮੈਡੀਕਲ ਕਾਲਜ ਦੇ ਦਾਖਲੇ ਦੇ ਮੁੱਦੇ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਨੈਸ਼ਨਲ ਟੈਸਟ ਨਾਲੋਂ ਇੱਕ ਅਲੱਗ ਮੁੱਦਾ ਖੜਾ ਕੀਤਾ ਹੋਇਆ। ਇਸੇ ਤਰ੍ਹਾਂ ਤੇਲੰਗਾਨਾ ਦੇ ਵਿੱਚ ਹੁਣ ਉਹ ਚੀਫ ਮਿਨਿਸਟਰ ਨੇ ਆਪਣੇ ਮੰਤਰੀਆਂ ਸਮੇਤ ਧਰਨਾ ਦਿੱਤਾ ਹੈ, ਜਿੱਥੇ ਉਹ ਕਹਿੰਦੇ ਨੇ ਕੇਂਦਰ ਸਰਕਾਰ ਸਾਡੇ ਖਰੀਦ ਨਹੀਂ ਕਰ ਰਹੀ। ਅਤੇ ਇਹਦਾ ਮਤਲਬ ਅਲੱਗ-ਅਲੱਗ ਸੂਬਿਆਂ ਦੇ ਵਿੱਚ ਉਹ ਆਵਾਜ਼ਾਂ ਉੱਠ ਰਹੀਆਂ ਨੇ ਉਹਨਾਂ ਪਾਰਟੀਆਂ ਵੱਲੋਂ। ਜੇ ਉਹ ਕਿਸੇ ਸਾਂਝੇ ਮੰਚ 'ਤੇ ਆਉਂਦਾ ਹੈ ਤਾਂ ਉਹਦੇ ਨਾਲ ਕੀ ਹੋਏਗਾ, ਇੱਕ ਤਾਂ ਲੋਕ ਸਭਾ ਦੀਆਂ 2024 ਦੀਆਂ ਚੋਣਾਂ ਦਾ ਟਾਰਗੇਟ ਹੈ ਉਹਨਾਂ ਦਾ, ਉਦੋਂ ਨੇੜੇ ਨਹੀਂ ਵੀ ਤੱਕ ਉਦੋਂ ਤੱਕ ਇੱਕ ਗਰੁੱਪ ਬਣੇ। ਦੂਜਾ ਇਹਦੇ ਨਾਲ ਇੱਕ ਇਹ ਵੀ ਫਰਕ ਪੈਂਦਾ ਕਿ ਜੇ ਇਹ ਸੂਬਿਆਂ ਦੇ ਵਿੱਚ ਵੱਖ-ਵੱਖ ਧਿਰਾਂ ਜਿਹੜੀਆਂ ਨੇ ਉਹ ਮਿਲ ਜਾਣਗੀਆਂ ਤਾਂ ਜੇ ਉੱਥੇ ਜ਼ਿਆਦਾ ਸਰਕਾਰਾਂ ਬਣ ਜਾਣਗੀਆਂ ਬੀਜੇਪੀ ਵਿਰੋਧੀ, ਤਾਂ ਘੱਟੋ ਘੱਟ ਰਾਜ ਸਭਾ ਦੇ ਵਿੱਚ ਜਾ ਕੇ ਬੀਜੇਪੀ ਦੀ ਬਹੁਮਤ ਨਹੀਂ ਹੋਏਗੀ। ਪਾਰਲੀਮੈਂਟ ਨੂੰ ਵੀ ਇਸ ਤਰ੍ਹਾਂ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਦੂਜੇ ਦੇ ਮੁਕਾਬਲੇ। ਇਹ ਜਿਹੜੀਆਂ ਇੱਕ ਰਣਨੀਤੀ ਦੇ ਕੁਐਸਚਨ ਨੇ, ਪਰ ਇਹਦੇ ਤੋਂ ਵੀ ਇੰਪੋਰਟੈਂਟ ਜਿਹੜੀ ਗੱਲ ਮੈਨੂੰ ਇਹ ਲੱਗਦੀ ਹੈ, ਜੇ ਅਲਾਇੰਸ ਬਣਾਉਣਾ ਹੈ, ਅਲਾਇੰਸ ਕਿਸੇ ਏਜੰਡੇ 'ਤੇ ਬਣਦਾ। ਜੇ ਯੂਪੀਏ ਬਣਿਆ ਸੀ ਪਹਿਲਾਂ, ਯੂਪੀਏ 1 ਅਤੇ ਯੂਪੀਏ 2, ਉਹਦੇ ਲਈ ਕਾਫੀ ਮੱਥਾ ਪੱਚੀ ਹੋਏ ਸੀ। ਚੋਣਾਂ ਤੋਂ ਬਾਅਦ ਯੂਪੀਏ ਜਿਹੜਾ ਆਇਆ ਸਾਹਮਣੇ, ਉਹ ਇੱਕ ਕਾਮਨ ਮਿਨੀਮਮ ਏਜੰਡੇ 'ਤੇ ਬਣਿਆ ਸੀ, ਘੱਟੋ ਘੱਟ ਏਜੰਡੇ 'ਤੇ। ਅਤੇ ਉਹ ਏਜੰਡਾ ਕਿੱਥੇ ਹੈ? ਪਹਿਲਾਂ ਏਜੰਡੇ 'ਤੇ ਅਜੇ ਗੱਲ ਨਹੀਂ ਚੱਲ ਰਹੀ ਕਿ ਦੇਸ਼ ਦੇ ਵਿੱਚ ਜੇ ਬੀਜੇਪੀ ਨੂੰ ਕਾਊਂਟਰ ਕਰਨਾ ਤਾਂ ਉਹ ਕਿਹੜਾ ਏਜੰਡਾ ਹੋਏਗਾ। ਕੀ ਫੈਡਰਲਿਜ਼ਮ ਉਹਦਾ ਮੇਨ ਪੱਖ ਹੋਏਗਾ, ਕੀ ਧਰਮ ਨਿਰਪੱਖਤਾ ਉਹਦਾ ਮੇਨ ਪੱਖ ਹੋਏਗਾ, ਕੀ ਲੋਕਾਂ ਨੂੰ ਹੋਰ ਤਾਕਤਵਰ ਬਣਾਉਣਾ ਉਹਦਾ ਮੇਨ ਪੱਖ ਹੋਏਗਾ। ਇਹ ਸਾਰੀਆਂ ਚੀਜ਼ਾਂ ਨੇ। ਇਸੇ ਦੌਰਾਨ ਬੀਜੇਪੀ ਦੇ ਵਿੱਚੋਂ ਵੀ ਕੁਝ ਆਵਾਜ਼ਾਂ ਆ ਰਹੀਆਂ ਨੇ ਇਸ ਤਰ੍ਹਾਂ ਦੀਆਂ, ਜਿਵੇਂ ਵਰਨ ਕਹਿੰਦੇ ਬੇਰੁਜ਼ਗਾਰੀ ਤਾਂ ਬਹੁਤ ਬੜਾ ਮੁੱਦਾ ਹੈ। ਬੇਰੁਜ਼ਗਾਰੀ ਤਾਂ ਇਹ ਵੀ ਸੀ 2017-18 ਤੋਂ ਬਾਅਦ ਪਿਛਲੇ ਸਮੇਂ 'ਚ ਕਿਹਾ ਗਿਆ ਕਿ ਸਭ ਤੋਂ ਜ਼ਿਆਦਾ ਵੱਡੀ ਬੇਰੁਜ਼ਗਾਰੀ ਹੈ 45 ਸਾਲਾਂ ਦੀ। ਹੁਣ ਰੁਜ਼ਗਾਰ ਦੇ ਮੌਕੇ ਨਹੀਂ ਪੈਦਾ ਹੋ ਰਹੇ, ਤਾਂ ਇਹ ਕਹਿਣਾ ਵਰਨ ਗਾਂਧੀ ਵਰਗਿਆਂ ਦਾ ਕਿ ਕਿੰਨਾ ਕੁ ਚਿਰ ਜਿਹੜਾ ਨੌਜਵਾਨ ਹੈ, ਬੇਰੁਜ਼ਗਾਰ ਨੌਜਵਾਨ, ਉਹ ਚੈਨ ਨਾਲ ਬੈਠੂਗਾ। ਅਤੇ ਜੇ ਉਹਨੂੰ ਰੁਜ਼ਗਾਰ ਨਹੀਂ ਮਿਲੂਗਾ ਤਾਂ ਆਟੋਮੈਟਿਕਲੀ ਹੈ ਕਿ ਉਹ ਕੁਝ ਨਾ ਕੁਝ ਮਤਲਬ ਕੰਮ ਇਹੋ ਜਿਹਾ ਕਰੂਗਾ ਬੇਚੈਨ ਹੋ ਕੇ, ਜਿਹੜਾ ਲਾ ਐਂਡ ਆਰਡਰ ਦੀ ਸਿਚੁਏਸ਼ਨ 'ਚ ਵੀ ਆ ਸਕਦਾ, ਫਿਰ ਬਾਕੀ ਜੇ ਮਾਮਲਿਆਂ ਦੇ ਵਿੱਚ ਵੀ ਆ ਸਕਦਾ। ਇਸ ਲਈ ਇਹਨਾਂ ਜਿਹੜੇ ਵੱਡੇ ਸਵਾਲ ਨੇ, ਇਹਨਾਂ ਨੂੰ ਐਡਰੈਸ ਕਰਨ ਦੇ ਵਾਸਤੇ ਇੱਕ ਸਿਆਸੀ ਏਜੰਡੇ ਦੀ ਲੋੜ ਹੈ। ਉਹ ਕੌਣ ਬਣਦਾ, ਕੌਣ ਅਗਵਾਈ ਕਰਦਾ, ਉਹ ਅਲੱਗ ਸਵਾਲ ਹੈ ਹਜੇ ਤੱਕ। ਪਰ ਇਹ ਚਰਚਾ ਚੱਲਣੀ ਮੈਨੂੰ ਲੱਗਦਾ ਇੱਕ ਸਿਹਤਮੰਦ ਟਰੈਂਡ ਹੈ, ਇਹ ਕੋਈ ਮਾੜਾ ਟਰੈਂਡ ਨਹੀਂ। ਜੇਕਰ ਐਵੇਂ ਹੀ ਬੈਠ ਜਾਣ ਗੁਰਸਤ ਹੋ ਕੇ, ਕੋਈ ਗੱਲ ਹੀ ਨਾ ਚੱਲਦੀ ਹੋਵੇ, ਤਾਂ ਜ਼ਰੂਰ ਇੱਕ ਨਿਰਾਸ਼ਾ ਦਾ ਆਲਮ ਹੁੰਦਾ। ਹਮੀਰ ਜੀ, ਮਨਜਿੰਦਰ ਸਿੰਘ ਸਿਰਸਾ ਅਸਤੀਫਾ ਦੇ ਕੇ ਭਾਵੇਂ ਭਾਰਤੀ ਜਨਤਾ ਪਾਰਟੀ ਜਿਹੜਾ ਹੈਗਾ ਸ਼ਾਮਲ ਹੋ ਚੁੱਕੇ ਨੇ, ਪਰ ਉਹਨਾਂ ਦਾ ਅਸਤੀਫਾ ਹਾਲੇ ਤੱਕ ਪ੍ਰਵਾਨ ਨਹੀਂ ਹੋਇਆ। ਅਤੇ ਦੂਜੇ ਪਾਸੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਿਹੜਾ ਹੈਗਾ ਭਾਜਪਾ 'ਚ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਇੱਕ ਤਾਂ ਉਹ ਸਵਾਲ ਕੀ ਨੇ, ਇਸ ਦੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਪੰਜਾਬ ਦੀਆਂ ਚੋਣਾਂ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ? ਦੇਖੋ, ਮਨਜਿੰਦਰ ਸਿੰਘ ਸਿਰਸਾ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ 2-4 ਬੰਦਿਆਂ 'ਚੋਂ ਸ਼ਾਮਲ ਸੀ, ਜਿਹੜਾ ਪਿਛਲੇ ਸਮੇਂ 'ਚ ਲਗਾਤਾਰ, ਔਰ ਇਹੀ ਕਾਰਨ ਹੈ ਸ਼ਾਇਦ ਕਿ ਮਨਜਿੰਦਰ ਸਿੰਘ ਸਿਰਸਾ ਆਪਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਟ ਤੋਂ ਹਾਰ ਗਿਆ ਸੀ। ਉਹ ਅਕਾਲੀ ਦਲ ਨੂੰ ਮੈਜੋਰਟੀ ਮਿਲੀ 27 ਸੀਟਾਂ ਜਿੱਤ ਕੇ, ਪਰ ਉਹ ਆਪਣੀ ਸੀਟ ਹਾਰ ਗਿਆ ਸੀ। ਫਿਰ ਇਹਨਾਂ ਨੇ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਨੋਮੀਨੇਟ ਕਰਕੇ, ਨਾਮਜ਼ਦ ਕਰਕੇ ਪ੍ਰਧਾਨ ਬਣਾਈ ਰੱਖਿਆ, ਮਤਲਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਈ ਰੱਖਿਆ। ਅਤੇ ਫਿਰ ਜਿਹੜੀ ਕਿਸਾਨ ਅੰਦੋਲਨ ਦੌਰਾਨ ਵੀ ਮਨਜਿੰਦਰ ਸਿਰਸੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਆਪਣਾ ਤਾਲਮੇਲ ਬਣਾਈ ਰੱਖਿਆ। ਜਿੱਥੇ ਕਿਤੇ ਵੀ ਕਿਸਾਨਾਂ ਦੀ ਅਤੇ ਸਰਕਾਰ ਦੇ ਦਰਮਿਆਨ ਮੀਟਿੰਗ ਹੁੰਦੀ ਸੀ, ਉੱਥੇ ਲੰਗਰ ਲਿਜਾਣ ਦੇ ਲਈ ਉਹ ਨਿੱਜੀ ਤੌਰ 'ਤੇ ਜਾਂਦਾ ਸੀ, ਲਗਾਤਾਰ ਦੇਖਿਆ ਗਿਆ ਬੀਜੇਪੀ। ਫਿਰ ਜਿਹੜੇ ਬੰਦੇ 26 ਜਨਵਰੀ ਤੋਂ ਬਾਅਦ ਜਿਨ੍ਹਾਂ ਦੀਆਂ ਜ਼ਮਾਨਤਾਂ ਵਗੈਰਾ ਦਾ ਚੱਕਰ ਸੀ, ਉਹਨਾਂ 'ਚ ਵੀ ਉਹ ਕਾਫੀ ਸਰਗਰਮ ਦਿਖਾਈ ਦਿੰਦਾ ਰਿਹਾ ਵੱਖ-ਵੱਖ ਲੋਕਾਂ ਮਾਮਲਿਆਂ ਦੇ ਵਿੱਚ। ਅਤੇ ਇਹਦੇ ਤੋਂ ਇਲਾਵਾ ਵੀ ਜੇ ਸਿੱਖਾਂ ਦਾ ਕੋਈ ਮੁੱਦਾ ਜੰਮੂ ਕਸ਼ਮੀਰ 'ਚ ਉੱਠਦਾ ਹੈ, ਪਾਕਿਸਤਾਨ 'ਚ ਉੱਠਦਾ ਹੈ, ਰਾਜਸਥਾਨ 'ਚ ਉੱਠਦਾ ਹੈ, ਉੱਥੇ ਵੀ ਮੋਹਰੀ ਰੋਲ ਉਹਨੂੰ ਹੀ ਦਿੰਦੇ ਰਹੇ। ਇਹਦਾ ਮਤਲਬ ਇਸ ਪਿਛਲੇ ਦਿਨਾਂ 'ਚ ਇੱਕ ਕੱਦ ਦੇ ਤੌਰ 'ਤੇ ਉਹ ਉੱਭਰਿਆ
ਮਤਲਬ ਇੱਕ ਵੱਡੀ ਕਰਦੇ। ਹੁਣ ਤੁਰੰਤ ਜਦੋਂ ਇਹ ਖਬਰ ਆਉਂਦੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਤਾਂ ਜੀ ਅਕਾਲੀ ਦਲ ਛੱਡ ਕੇ ਬੀਜੇਪੀ 'ਚ ਜਾ ਰਹੇ ਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦੇ ਕੇ ਜਾ ਰਹੇ ਆ ਜੀ, ਇਸ ਨੇ ਅਕਾਲੀ ਦਲ ਨੂੰ ਝਟਕਾ ਦੇਣਾ ਹੀ ਸੀ, ਬਿਲਕੁਲ ਬੜੀ ਗੱਲ ਹੈ। ਤੇ ਬਾਕੀ ਲੋਕਾਂ ਨੂੰ ਵੀ, ਜਿਹੜੇ ਲੋਕ ਇਹ ਉਮੀਦ ਕਰਦੇ ਸੀ ਕਿ ਸਿਰਸਾ ਇੱਕ ਪੰਥਕ ਧਿਰਾਂ ਦੇ ਵਿੱਚ ਆਗੂ ਪੈਦਾ ਹੋ ਰਿਹਾ, ਉਹਨੂੰ ਵੀ ਦਿੱਤਾ। ਤੇ ਇੱਕ ਨਵਾਂ ਸਵਾਲ ਇਹ ਵੀ ਸ਼ੁਰੂ ਕੀਤਾ ਕਿ ਬੀਜੇਪੀ ਆਫਟਰ ਆਲ ਫਿਰ ਪੰਥਕ ਸਾਈਡ ਦੇ ਵੱਲ ਕਿਹੜੀ ਰਣਨੀਤੀ ਅਪਣਾ ਰਹੀ ਹੈ। ਜੀ, ਇਹ ਦੋ ਤਿੰਨ ਸਵਾਲ ਨੇ। ਅਕਾਲੀ ਦਲ ਨੇ ਇਹ ਕਿਹਾ ਕਿ ਬੀਜੇਪੀ ਇੰਦਰਾ ਦੇ ਨਕਸ਼ੇ ਕਦਮਾਂ ਤੇ ਚੱਲਣ ਲੱਗੀ, ਇੰਦਰਾ ਗਾਂਧੀ ਦੇ, ਤੇ ਉਹ ਪੰਥ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਦਖਲ ਦੇ ਰਹੀ ਹੈ, ਉਹਨਾਂ ਦੇ ਗੁਰਧਾਮਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਕਹੀਆਂ ਨੇ, ਸੁਖਬੀਰ ਬਾਦਲ ਨੇ, ਡਾਕਟਰ ਦਲਜੀਤ ਚੀਮਾ ਨੇ, ਜਾਂ ਸਾਰਿਆਂ ਨੇ। ਹੁਣ ਪਰ ਸਵਾਲ ਇਹਨਾਂ ਤੇ ਇਹ ਸਭ ਮਤਲਬ ਕਾਊਂਟਰ ਹੋ ਜਾਂਦਾ ਆ ਕਿ ਤੁਹਾਡੀ ਜਦੋਂ ਭਰੋਸੇਯੋਗਤਾ ਖਤਮ ਹੁੰਦੀ ਹੈ, ਉਹ ਇਹ ਕਹਿੰਦੇ ਨੇ ਕਿ ਜਦੋਂ ਬੀਜੇਪੀ ਇਹੋ ਜਿਹੇ ਕੰਮ ਹੋਰ ਕਿਤੇ ਕਰਦੀ ਸੀ ਉਦੋਂ ਤੁਸੀਂ ਖਾਮੋਸ਼ ਰਹੇ ਹੋ, ਤੁਸੀਂ ਨਾਲ ਰਹੇ ਹੋ। ਤੁਸੀਂ 2002 ਦੇ ਗੋਧਰਾ ਕਾਂਡ ਤੇ, ਜਿੱਥੇ ਇੱਕ ਕਤਲੇਆਮ ਹੋਇਆ ਵੱਡੇ ਪੱਧਰ ਤੇ, ਜਿੱਥੇ ਨਰਿੰਦਰ ਮੋਦੀ ਤੇ ਐਲੀਗੇਸ਼ਨ ਲੱਗਦੇ ਸੀ, ਅਮਿਤ ਸ਼ਾਹ ਤਾਂ ਅੰਦਰ ਵੀ ਰਹੇ ਕਈ ਕੁਛ ਸਮਾਂ ਸੀ, ਉੱਥੇ ਅਕਾਲੀ ਦਲ ਪੂਰੀ ਖਾਮੋਸ਼ ਰਿਹਾ, ਕਿਉਂਕਿ ਤੁਸੀਂ 1996 ਤੋਂ ਬਿਨਾਂ ਸ਼ਰਤ ਹਮਾਇਤ ਦਿੱਤੀ ਹੋਈ ਸੀ ਬੀਜੇਪੀ ਨੂੰ। ਤੇ ਉਦੋਂ ਬਾਅਦ ਫਿਰ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿੰਨੇ ਵੀ ਮੁੱਦੇ ਇਹੋ ਜਿਹੇ ਆਏ, ਚਾਹੇ ਉਹ ਫੈਡਰਲਿਜ਼ਮ ਦਾ ਆਇਆ, ਚਾਹੇ 370 ਧਾਰਾ ਦਾ ਆਇਆ, ਚਾਹੇ ਵੱਖ-ਵੱਖ ਆਏ, ਤੁਸੀਂ ਬੀਜੇਪੀ ਦੇ ਮਤਿਆਂ ਦੀ ਸਪੋਰਟ ਕੀਤੀ, ਜਿਹੜੀ ਬਾਕੀ ਦੇ ਨਹੀਂ ਕੀਤੀ। ਔਰ ਜਿੰਨੇ ਮੁਕੱਦਮੇ ਪਾਏ ਗਏ, ਚਾਹੇ ਸੁਧਾ ਭਾਰਦਵਾਜ ਦੀ ਜ਼ਮਾਨਤ ਹਾਈ ਕੋਰਟ ਨੇ ਕੀਤੀ ਹੈ, ਜਿਹੜੇ 16 ਕੇ ਲੇਖਕ ਸੀ, ਪੱਤਰਕਾਰ ਸੀ, ਜਾਂ ਵੱਡੇ ਕਾਰਕੁਨ ਸੀ, ਸਮਾਜਿਕ ਕਾਰਕੁਨ, ਔਰ ਉਹਨਾਂ 'ਤੇ ਵੀ ਤੁਸੀਂ ਕਦੇ ਨਹੀਂ ਬੋਲੇ ਕਿ ਇਹਨਾਂ 'ਤੇ ਨਜਾਇਜ਼ ਹੋ ਰਹੀ ਹੈ। 2018 ਤੋਂ ਫੜ ਕੇ ਬੰਦ ਕੀਤੇ ਹੋਏ ਨੇ, ਜ਼ਮਾਨਤ ਤੱਕ ਨਹੀਂ ਹੋ ਰਹੀ। ਇਹਦਾ ਮਤਲਬ ਮਨੁੱਖੀ ਅਧਿਕਾਰਾਂ ਦਾ ਜਿਹੜਾ ਇੱਕ ਕਿਰਦਾਰ ਸੀ ਸ਼੍ਰੋਮਣੀ ਅਕਾਲੀ ਦਲ ਦਾ, ਪੁਰਾਣਾ ਕਿਰਦਾਰ ਕੀ ਸੀ ਸ਼੍ਰੋਮਣੀ ਅਕਾਲੀ ਦਲ ਦਾ, ਕਿ 1975 ਦੇ ਵਿੱਚ ਜਦੋਂ ਐਮਰਜੈਂਸੀ ਲਾਈ ਇੰਦਰਾ ਗਾਂਧੀ ਨੇ, ਅਕਾਲੀ ਆਗੂਆਂ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਪੰਜਾਬ 'ਚ ਰਾਜ ਕਰਦੇ ਰਹੋ, ਤੁਹਾਡੇ ਰਾਜ ਨੂੰ ਮੈਂ ਨਹੀਂ ਛੇੜਦੀ, ਪਰ ਤੁਸੀਂ ਇਹ ਪੰਗਾ ਨਾ ਪਾਓ ਲੜਾਈ ਲੜਨ ਦਾ, ਹੈ ਨਾ, ਜਿਹੜਾ ਵੀ ਐਮਰਜੈਂਸੀ ਦਾ ਵਿਰੋਧ ਨਾ ਕਰੋ। ਤਾਂ ਉਦੋਂ ਦੇ ਅਕਾਲੀ ਦਲ ਦੇ ਆਗੂਆਂ ਨੇ ਫੈਸਲਾ ਕੀਤਾ ਵੀ ਨਹੀਂ, ਅਸੀਂ ਗੁਰੂਆਂ ਤੇ ਗੁਰਬਾਣੀ ਤੋਂ ਸੇਧ ਲੈਂਦੇ ਹਾਂ, ਗੁਰਬਾਣੀ ਮਜਲੂਮ ਦੇ ਨਾਲ ਖੜ੍ਹਦੀ ਹੈ, ਹਰ ਧੱਕੇ ਦੇ ਖਿਲਾਫ ਲੜਨਾ ਸਾਡਾ ਕੰਮ ਹੈ। ਇਸ ਲਈ ਜੇ ਦੇਸ਼ ਦੇ ਵਿੱਚ ਐਮਰਜੈਂਸੀ ਦੇ ਖਿਲਾਫ ਕੋਈ ਪ੍ਰੈਕਟੀਕਲ ਮੋਰਚਾ ਲੱਗਿਆ ਤਾਂ 19 ਮਹੀਨੇ ਦਾ ਅਕਾਲੀ ਦਲ ਦਾ ਮੋਰਚਾ ਸੀ। ਇੱਕੋ ਸਿਧਾਂਤਕ ਸਟੈਂਡ ਸੀਗੇ, ਇੱਕ ਹੁਣ ਸੱਤਾ ਦੇ ਸਟੈਂਡ ਨੇ। ਇਹ ਦੋ ਸਟੈਂਡ ਦੇ ਵਿੱਚ ਹੁਣ ਦੀ ਭਰੋਸੇਯੋਗਤਾ ਖਤਮ ਹੈ ਅਤੇ ਉਹ ਜੇਲ੍ਹ 'ਚ। ਇਹ ਤਾਂ ਅਕਾਲੀ ਦਲ ਨੇ ਵੀ ਕਿਹਾ, ਜਾਂ ਜਥੇਦਾਰ ਅਕਾਲ ਤਖਤ ਨੇ ਅੱਜ ਸਟੇਟਮੈਂਟ ਦਿੱਤੀ ਹੈ। ਮੈਨੂੰ ਇਹ ਵੀ ਅਜੀਬ ਲੱਗਦਾ ਕਿ ਜਥੇਦਾਰ ਅਕਾਲ ਤਖਤ ਨੇ ਕਦੇ ਕਿਸੇ ਪਾਰਟੀ 'ਚੋਂ ਬੰਦਾ ਉੱਧਰ ਚਲਾ ਗਿਆ, ਦੂਜੀ 'ਚੋਂ ਇੱਧਰ ਆ ਗਿਆ, ਮੈਂ ਨਹੀਂ ਦੇਖਿਆ ਪਹਿਲਾਂ ਕਦੇ ਕੋਈ ਸਟੇਟਮੈਂਟ ਦਿੱਤੀ ਹੈ। ਦਲ ਬਦਲੀਆਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਇੱਕ ਦੂਜੇ ਪਾਰਟੀਆਂ ਦੇ ਵਿੱਚੋਂ, ਕੋਈ ਬੜੀ ਗੱਲ ਨਹੀਂ ਹੋਈ। ਪਹਿਲਾਂ ਵੀ ਕਾਫੀ ਸਿੱਖ ਚਿਹਰੇ ਵੀ ਬੀਜੇਪੀ ਲੈ ਕੇ ਗਈ ਹੈ ਅਤੇ ਉੱਧਰੋਂ ਵੀ ਇੱਧਰ ਆਉਂਦੇ ਰਹੇ ਨੇ। ਕਿਉਂ? ਕਾਰਨ ਹੈ ਕਿਉਂਕਿ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਥੇਦਾਰ ਸਾਹਿਬ 'ਤੇ ਵੀ ਅਕਾਲੀ ਸਿਆਸਤ ਦਾ ਅਸਰ ਜਿਹੜਾ ਉਸ ਪੱਧਰ ਦੇ ਉੱਤੇ ਦਿਖਾਈ ਦੇ ਰਿਹਾ। ਹੁਣ ਉਹਨਾਂ ਨੇ ਇਹ ਕਿਹਾ ਕਿ ਇੱਕ ਪਾਸੇ ਤੁਹਾਡੀ ਈਡੀ ਹੈ, ਤੁਹਾਡੀ ਰॉ ਹੈ, ਤੁਹਾਡਾ ਇਹ ਹੈ, ਜਿਵੇਂ ਸੁਖਬੀਰ ਨੇ ਇਹ ਕਿਹਾ, ਉਹਨੇ ਥੋੜ੍ਹੀ ਵੱਡੀ ਸਾਜ਼ਾ ਵੀ ਤੁਹਾਡੇ ਸਿਰ 'ਤੇ ਗਨ ਰੱਖ ਦਿੱਤੀ ਜਾਵੇ ਅਤੇ ਬੰਦੂਕ ਰੱਖ ਦਿੱਤੀ ਜਾਵੇ ਤਾਂ ਤੁਸੀਂ ਕੀ ਕਰੋਗੇ, ਜਾਂ ਜੇਲ੍ਹ ਹੈ ਜਾਂ ਭਾਜਪਾ ਜਾਂ ਕੋਈ ਅਹੁਦਾ ਉੱਧਰ ਜਾ ਕੇ ਮਿਲ ਜਾਂਦਾ, ਦੋਨਾਂ 'ਚੋਂ। ਅਤੇ ਉਹ ਇਤਿਹਾਸ ਦੇ ਵਿੱਚ ਉਹ ਕਹਿੰਦੇ ਨੇ ਅਕਾਲੀ ਦਲ ਜੇਲ੍ਹ ਚੁਣਦੇ ਰਹੇ ਨੇ ਇਹ ਸਾਰੇ ਮਾਮਲਿਆਂ ਦੇ ਵਿੱਚ। ਅਤੇ ਅੱਜ ਅਕਾਲੀ ਦਲ ਦੇ ਆਗੂ, ਇਹਦਾ ਮਤਲਬ ਕੀ ਹੈ ਕਿ ਉਹ ਦਲ ਬਦਲੀ ਚੁਣਨ ਲੱਗ ਗਏ ਇਸ ਸਾਰੇ ਮਾਮਲੇ 'ਚ। ਇਹ ਤੋਂ ਸਪਸ਼ਟ ਦਿਖਾਈ ਦਿੰਦਾ ਕਿ ਜਿਸ ਲੈਵਲ ਦੀ ਕਰਪਸ਼ਨ ਘਰ ਕਰ ਗਈ ਹੈ ਸਿਆਸਤ ਦੇ ਵਿੱਚ, ਉਹ ਅਕਾਲੀ ਦਲ ਜਿਹੜਾ ਜੇਲ੍ਹ ਚੁਣਦਾ ਸੀ ਨਾ, ਉਹਦਾ ਬੰਦਾ ਐਂ ਘਰ ਭਰਦਾ ਨਹੀਂ ਸੀ, ਕਰਪਟ ਨਹੀਂ ਸੀ, ਉਹਨੂੰ ਐਸੇ ਵੀ ਕੋਈ ਗੱਲ ਨਹੀਂ, ਜੇਲ੍ਹ ਕਿਰਦਾਰ ਦਾ ਇੱਕ ਕੁਐਸਚਨ ਸੀ। ਅੱਜ ਸਾਡੀ ਸੱਤਾਧਾਰੀ ਲੀਡਰਸ਼ਿਪ ਜਾਂ ਸੱਤਾ ਦੇ ਕਾਬਜ ਹੋਣ ਦੀ ਕੋਸ਼ਿਸ਼ ਕਰ ਰਹੀ ਲੀਡਰਸ਼ਿਪ ਇੰਨੀ ਜ਼ਿਆਦਾ ਅੰਦਰੋਂ ਕਮਜ਼ੋਰ ਹੈ ਕਿ ਉਹ ਰਾਹ ਨਾਲ ਅਤੇ ਉਹ ਆਈਬੀ ਨਾਲ ਅਤੇ ਉਹ ਮਤਲਬ ਵੱਖ-ਵੱਖ ਈਡੀ ਨਾਲ ਡਰਾਈ ਜਾ ਸਕਦੀ ਹੈ। ਅਤੇ ਹੁਣ ਇਹ ਡਰ ਦਾ ਪ੍ਰਗਟਾਵਾ ਜਿਹੜਾ ਉਹ ਦਿਖਾਈ ਦੇ ਰਿਹਾ ਸਾਡੇ ਸਾਹਮਣੇ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਅਤੇ ਹੁਣ ਜਿਹੜਾ ਇਹ ਕਿਹਾ ਗਿਆ ਕਿ ਮਨਜਿੰਦਰ ਸਿਰਸਾ ਨੇ ਅਸਤੀਫਾ ਤਾਂ ਦੇ ਦਿੱਤਾ ਪਰ ਉਹ ਮਨਜ਼ੂਰ ਨਹੀਂ ਹੋਇਆ ਅੱਜ ਤੱਕ। ਅੱਜ ਦਿੱਲੀ ਦੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਦਿੱਲੀ ਦਾ, ਉਹ ਹਰਮੀਤ ਸਿੰਘ ਕਾਲਕਾ, ਉਹਨੇ ਬਾਕੀ ਸਾਰੇ ਮੈਂਬਰ ਜਿੰਨੇ ਚੁਣੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਠਾ ਕੇ ਇੱਕ ਮੀਟਿੰਗ ਕੀਤੀ ਹੈ। ਉਹਨੇ ਇਹ ਕਿਹਾ ਵੀ ਤਕਨੀਕੀ ਕਾਰਨਾਂ ਕਰਕੇ ਅਸੀਂ ਅਜੇ ਇਹ ਵਾਪਸ ਨਹੀਂ ਮਤਲਬ ਮਨਜ਼ੂਰ ਨਹੀਂ ਕਰ ਸਕਦੇ, ਕਿਉਂਕਿ ਅਸੀਂ ਵਕੀਲਾਂ ਦੀ ਲੈ ਰਹੇ ਹਾਂ ਅਸੀਂ ਬਾਕੀ। ਨਾਲ ਉਹ ਇਹ ਵੀ ਕਹਿੰਦਾ ਕਿ ਜਨਰਲ ਹਾਊਸ ਬਣਾਉਣਾ ਪਏਗਾ। ਤਾਂ ਫਿਰ ਅੱਜ ਜਨਰਲ ਹਾਊਸ ਬਣਾਉਣ ਦਾ ਤੁਸੀਂ ਫੈਸਲਾ ਕਰ ਦਿੰਦੇ।
3 ਦਿਨ ਨੂੰ 4 ਦਿਨ ਨੂੰ ਜਦ ਤੁਸੀਂ ਕਰਨਾ। ਕਿਤੇ ਇਹ ਕੋਈ ਗੇਮ ਤਾਂ ਨਹੀਂ ਕਿ ਦਿੱਲੀ ਦੀ ਟੋਟਲ ਟੀਮ ਤੇ ਐਡੀ ਵੱਡੀ ਪ੍ਰੈਸ਼ਰ ਪੈ ਗਿਆ ਹੋਵੇ ਕਿ ਸਿਰਸਾ ਅਸਤੀਫਾ ਵੀ ਦੇਵੇਗਾ ਪਰ ਪ੍ਰੈਕਟੀਕਲੀ ਪ੍ਰਧਾਨ ਵੀ ਰਹੇਗਾ, ਅੱਗੇ ਨੂੰ ਦਿੱਲੀ ਦੀ ਇੱਕ ਪੂਰੀ ਕਮੇਟੀ ਕਬਜ਼ੇ 'ਚ ਬੀਜੇਪੀ ਦੇ ਹੋਊਗੇ ਇੰਡਾਇਰੈਕਟਲੀ। ਬਿਲਕੁਲ ਇਹ ਵੀ ਫਿਰ ਸੰਭਵ ਹੋ ਸਕਦਾ ਜੇ ਤੁਸੀਂ ਇਸ ਤਰੀਕੇ ਦੀ ਗੱਲ ਕਰਦੇ ਹੋ। ਇਹਨਾਂ ਸਾਰੇ ਸਵਾਲਾਂ ਦੇ ਵਿੱਚੋਂ ਹੀ ਇੱਕ ਚੀਜ਼ ਜਨਮ ਲੈਂਦੀ ਹੈ ਕਿ ਤੁਸੀਂ ਘੱਟ ਗਿਣਤੀਆਂ ਦੇ ਅੰਦਰ ਦਖਲ ਕਿਸ ਤਰ੍ਹਾਂ ਦੇ ਸਕਦੇ ਹੋ। ਮੈਨੂੰ ਲੱਗਦਾ ਕਿ ਇਹ ਡਰ ਹੈ ਜਿਹੜਾ ਸੁਖਬੀਰ ਬਾਦਲ ਤੇ ਜਥੇਦਾਰ ਸਾਹਿਬ ਨੂੰ ਬੋਲਣ ਲਈ ਮਜਬੂਰ ਕਰ ਰਿਹਾ ਵੀ ਕਿਤੇ ਉਹਦੇ 'ਚ ਕਾਰਨ ਇਕੱਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਲਬ ਇਹ ਨਹੀਂ ਕਿ ਉਹ ਗੁਰਦੁਆਰਾ ਦੀ ਸਾਂਭ ਸੰਭਾਲ ਹੈ ਜਾਂ ਸਕੂਲ ਕਾਲਜ ਚੱਲਦੇ ਨੇ, ਉਹਨਾਂ 'ਚ ਪੈਸਾ ਬਹੁਤ ਵੱਡੇ ਪੱਧਰ 'ਤੇ ਇਨਵੋਲਵ ਹੈ। ਜਿੰਨੀ ਅਮੀਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਉਹ ਅਮੀਰੀ ਦਾ ਫਾਇਦਾ ਅਸਿੱਧੇ ਤੌਰ 'ਤੇ ਦੀ ਬਜਾਏ ਸਿੱਧੇ ਤੌਰ 'ਤੇ ਬੀਜੇਪੀ ਲੈਣਾ ਚਾਹੂਗੀ ਜਾਂ ਬਾਕੀ ਹੈ। ਕਾਂਗਰਸ ਦੇ ਖਿਲਾਫ ਤਾਂ ਤੁਸੀਂ ਬਹੁਤ ਰੌਲਾ ਪਾ ਦਿੰਦੇ ਸੀ ਫਟਾਫਟ, ਬੀਜੇਪੀ ਦੇ ਖਿਲਾਫ ਲੰਮੇ ਸਮੇਂ ਤੋਂ ਰੌਲਾ ਨਹੀਂ ਪਾਇਆ, ਤੁਸੀਂ ਸਹਿਮਤੀ ਕੀਤੀ, ਤੁਸੀਂ ਸਿਰਸੇ ਨੂੰ ਪੋਲੀਟੀਕਲ ਅਲਾਇੰਸ ਦੇ ਵਿੱਚ ਮਤਲਬ ਕਮਲ ਦੇ ਫੁੱਲ ਦੇ ਉੱਤੇ MLA ਬਣਵਾਇਆ ਜੀ। ਬਾਕੀ ਜਦੋਂ ਤੁਸੀਂ ਇਹੋ ਜਿਹੇ ਕੰਪਰੋਮਾਈਜ਼ ਕਰਦੇ ਹੋ ਸੱਤਾ ਦੇ ਵਿੱਚ ਤਾਂ ਧਾਰਮਿਕ ਖੇਤਰ ਦੇ ਵਿੱਚ ਵੀ ਰਲੇਵਾਂ ਤਾਂ ਹੋਊਗਾ ਹੀ ਨਾ, ਜਦੋਂ ਤੁਸੀਂ ਇਹੋ ਜਿਹੇ ਗੱਲ ਕਰ ਰਹੇ ਹੋ ਉਸ ਪੱਧਰ ਦੇ ਉੱਤੇ। ਇਸ ਲਈ ਇੱਕ ਵੱਡਾ ਇੱਕ ਚੇਂਜ ਹੈ ਪੰਜਾਬ ਦੇ, ਜਿਹਦਾ ਪੰਜਾਬ 'ਤੇ ਵੀ ਵੱਡਾ ਅਸਰ ਪੈਣਾ। ਔਰ ਮਨਜਿੰਦਰ ਸਰਸਾ ਨੇ ਐਲਾਨ ਵੀ ਕਰਤਾ ਕਿ ਮੈਂ ਵਿਧਾਨ ਸਭਾ ਇਲੈਕਸ਼ਨ ਪੰਜਾਬ ਤੋਂ ਲੜੂੰਗਾ ਆ ਕੇ। ਬੀਜੇਪੀ ਇਹ ਮਤਲਬ ਕੋਸ਼ਿਸ਼ ਕਰ ਰਹੀ ਹੈ ਕਿ ਇਹੋ ਜਿਹੇ ਹੋਰ ਲੀਡਰ ਵੀ ਹੁਣ ਇਹੋ ਜਿਹੀਆਂ ਅਫਵਾਹਾਂ ਵੀ ਆਉਣ ਲੱਗੀਆਂ, ਹੋ ਸਕਦਾ ਇਹ ਅਫਵਾਹ ਨਾ ਹੋਵੇ ਸੱਚ ਵੀ ਹੋਵੇ ਆਉਣ ਵਾਲੇ ਦਿਨਾਂ 'ਚ, ਕਿ ਅਕਾਲੀ ਦਲ ਦੇ ਹੋਰ ਲੀਡਰਾਂ 'ਤੇ ਵੀ ਬੀਜੇਪੀ ਟੇਕ ਰੱਖ ਰਹੀ ਹੈ ਜੀ, ਜਿਹੜੇ ਅੰਦਰੋਂ ਨਾਰਾਜ਼ਗੀ ਹੈ, ਜਿਹੜੇ ਅੰਦਰੋਂ ਵੱਖ-ਵੱਖ ਟਾਈਪ ਦੇ ਨੇ, ਤਾਂ ਕਿ ਉਹਨਾਂ 'ਚੋਂ ਕੁਝ ਲੀਡਰ ਹੋਰ ਲਿਆਂਦੇ ਜਾਣ। ਫਿਰ ਬੀਜੇਪੀ ਇੱਕ ਧੜਾ ਵੱਡਾ ਬਣਾਵੇ ਅਤੇ ਵੱਡੇ ਧੜੇ ਦੇ ਤੌਰ 'ਤੇ ਉਹ ਸੋਚਦੀ ਹੈ ਕਿ ਉਹਦੇ ਕੋਲ ਟਿਕਟਾਂ ਦੇਣ ਨੂੰ ਬਹੁਤ ਨੇ, ਬਾਕੀਆਂ ਕੋਲ ਤਾਂ ਟਿਕਟਾਂ ਦੇਣ ਨੂੰ ਨਹੀਂ। ਮੰਨ ਲਓ ਅਕਾਲੀ ਦਲ 'ਚ ਟਿਕਟਾਂ ਕਿੰਨੀਆਂ ਨੇ, ਲਗਭਗ ਮੁੱਕ ਗਈਆਂ, ਉਹਨੇ 99 ਅਨਾਊਂਸ ਕਰਤੀਆਂ, 97 ਨੇ ਸਾਰੀਆਂ, 7-8 ਰਹਿੰਦੀਆਂ ਨੇ, ਨਵੇਂ ਕਿੰਨਿਆਂ ਨੂੰ ਦੇ ਦੇਣਗੇ। ਅਤੇ ਬੀਜੇਪੀ ਕੋਲ ਤਾਂ 23 ਤੋਂ ਬਾਅਦ ਟਿਕਟਾਂ ਨੇ, 23 ਲੜਦੇ ਰਹੇ ਨੇ ਹੁਣ ਤੱਕ। ਜੇ ਉਹਦੇ 'ਚੋਂ ਕਿੰਨੇ ਹੀ ਹੋਰ ਵੀ ਆ ਕੇ ਉਹ ਕਹਿਣਗੇ ਆ ਜਾ ਤੈਨੂੰ ਟਿਕਟ ਦਿੰਦੇ ਆ, ਸਾਡਾ ਲੈਵਲ ਅੱਜ ਕੱਲ੍ਹ ਸੱਤਾ ਜੋਗਾ ਰਹਿ ਗਿਆ, ਟਿਕਟ ਜੋਗਾ, ਤੇ ਭੱਜ ਕੇ ਜਾ ਵੀ ਸਕਦੇ ਨੇ। ਅਗਲੀ ਗੱਲ ਕਿ ਅਕਾਲੀ ਲੀਡਰ ਜਾਂ ਸਿੱਖ ਪੋਲੀਟਿਕਸ ਦੇ ਵਿੱਚ ਜਿਹੜੇ ਆਏ ਉਹਨਾਂ ਦੇ ਵੱਡੇ ਹਿੱਸੇ ਵਾਸਤੇ ਬੀਜੇਪੀ ਅਛੂਤ ਨਹੀਂ ਹੈ ਜੀ। ਔਰ ਇਸੇ ਕਰਕੇ ਢੀਂਡਸੇ ਹੋਣੀ, ਅਮਰਿੰਦਰ ਸਿੰਘ ਹੋਣੀ, ਅਤੇ ਅਮਰਿੰਦਰ ਸਿੰਘ ਦਾ ਵਾਰ-ਵਾਰ ਐਲਾਨ ਕਰੀ ਜਾ ਰਿਹਾ ਕਿ ਮੈਂ ਬੀਜੇਪੀ ਔਰ ਢੀਂਡਸੇ ਗਰੁੱਪ ਨਾਲ ਮਿਲ ਕੇ ਲੜੂੰਗਾ, ਚਾਹੇ ਢੀਂਡਸਿਆਂ ਨੇ ਅਜੇ ਤੱਕ ਨਹੀਂ ਕਿਹਾ ਕਿ ਅਸੀਂ ਮਿਲ ਕੇ ਲੜਾਂਗੇ। ਪਰ ਮੈਨੂੰ ਲੱਗਦਾ ਕਿ ਇਹ ਕੋਈ ਦੂਰੀ ਦੀ ਗੱਲ ਨਹੀਂ ਹੈ ਕਿ ਅਸੀਂ ਲੜ ਹੀ ਨਹੀਂ ਸਕਦੇ, ਇਹੋ ਜਿਹਾ ਵੀ ਕੋਈ ਸਟੈਂਡ ਨਹੀਂ ਹੈ, ਕੋਈ ਸਿਧਾਂਤਕ ਸਟੈਂਡ ਨਹੀਂ ਹੈ। ਇਹ ਕਾਫੀ ਵੱਡੇ ਮਾਮਲੇ ਨੇ ਜਿਹਦੇ ਨਾਲ ਪੰਜਾਬ ਦੀ ਅਤੇ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਜਿਹੜੀ ਹੋਈ ਸੀ ਉਹ ਹੁਣ ਬੜੀ ਤਾਕਤ ਨਾਲ ਆ ਰਹੀ ਹੈ ਅੱਗੇ, ਜਿੱਥੇ ਨਾ ਦਲ ਬਦਲੀ ਦੇ ਵਿੱਚ ਕੋਈ ਸ਼ੰਕ ਸ਼ਰਮ ਰਹੇਗੀ, ਨਾ ਧਾਰਮਿਕ ਸੰਸਥਾਵਾਂ 'ਤੇ ਕਬਜ਼ੇ ਕਰਨ ਦੇ ਉੱਤੇ, ਨਾ ਕਿਸੇ ਬੰਦਿਆਂ ਦੇ ਕਿਰਦਾਰਾਂ ਦੀ ਜਿਹੜੀ ਪਮੈਸ ਹੋਏਗੀ ਕਿ ਕਿਹੜੇ ਢੰਗ ਨਾਲ ਕਰਨਾ। ਇਹ ਸਿਆਸਤ ਦਾ ਇੱਕ ਲੱਚਰ ਰੂਪ ਹੈ ਜਿਹੜਾ ਪੰਜਾਬ ਦੇ ਲੋਕ, ਮੇਰਾ ਖਿਆਲ ਹੈ, ਅਤੇ ਦੇਸ਼ ਦੇ ਲੋਕ ਦੇਖ ਰਹੇ ਨੇ, ਜਿੱਥੇ ਕੋਈ ਵਿਚਾਰਧਾਰਾ ਨਹੀਂ, ਜਿੱਥੇ ਕੋਈ ਸਿਆਸਤ ਨਹੀਂ, ਜਿੱਥੇ ਕੋਈ ਬਾਕੀ ਨਹੀਂ, ਕੇਵਲ ਪੈਸਾ ਅਤੇ ਸੱਤਾ ਹੀ ਧਰਮ ਦਾ ਰੂਪ ਲੈ ਰਿਹਾ। ਇਹਨੂੰ ਬੜੇ ਇੱਥੇ ਸੰਵਾਦ, ਇਹਦੇ 'ਤੇ ਗੱਲਬਾਤ ਅਤੇ ਡਾਇਲੋਗ ਸ਼ਾਇਦ ਉਹਨਾਂ 'ਚੋਂ ਹੀ ਕੋਈ ਦਰੁਸਤੀ ਨਿਕਲੇ ਅੱਗੇ, ਜੇਕਰ ਇਹਦੇ 'ਤੇ ਲੋਕ ਚਰਚਾ ਕਰਨਗੇ ਜੀ। ਹਮੀਰ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਦੀ, ਤਾਂ ਇਹਦੇ ਨਾਲ ਹੀ ਜੇਕਰ ਦੇਖੀਏ ਤਾਂ ਇੱਕ ਪਾਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਿਹੜਾ ਹੈਗਾ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ, ਜਿਹੜੇ ਹੈਗੇ ਰੋਜ਼ ਜਿਹੜਾ ਹੈਗਾ ਇੱਕ ਦੂਜੇ 'ਤੇ ਤਰ੍ਹਾਂ ਦੇ ਦੋਸ਼ ਲਗਾ ਰਹੇ ਨੇ। ਅਤੇ ਦੂਜੇ ਪਾਸੇ ਦੋਵੇਂ, ਚਾਹੇ ਉਹ ਚੰਨੀ ਹੋਣ ਚਾਹੇ ਕੇਜਰੀਵਾਲ, ਉਹ ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਲਈ ਜਿਹੜਾ ਹੈਗਾ ਵੱਡੇ ਐਲਾਨ ਵੀ ਕਰ ਰਹੇ ਨੇ, ਜਿਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਨੇ। ਇਸ ਬਾਰੇ ਵੀ ਜਿਹੜਾ ਹੈਗਾ ਸਾਡੇ ਦਰਸ਼ਕਾਂ ਨੂੰ ਚਾਨਣਾ ਜ਼ਰੂਰ ਪਾਓ। ਹਾਂ ਬਿਲਕੁਲ, ਪੰਜਾਬ ਦੀ ਅਜੇ ਇਲੈਕਸ਼ਨ ਚਾਹੇ ਅਨਾਊਂਸ ਨਹੀਂ ਹੋਈ, ਪਰ ਇਲੈਕਸ਼ਨ ਕੰਪੇਨ ਤਾਂ ਪੂਰੇ ਫੁੱਲ ਉਹਦੇ ਤਰੀਕੇ ਨਾਲ ਚਲਾਈ ਜਾ ਰਹੀ ਹੈ। ਹਰ ਦੂਜੇ ਤੀਜੇ ਦਿਨ ਕੇਜਰੀਵਾਲ ਚੱਕਰ ਲਾ ਰਿਹਾ ਹੈ, ਮਨੀਸ਼ ਸਿਸੋਦੀਆ ਆ ਰਿਹਾ, ਵੱਖ-ਵੱਖ ਸੁਖਬੀਰ ਬਾਦਲ ਗੇੜਾ ਦੇ ਹੀ ਰਹੇ ਪੰਜਾਬ ਦੇ ਵਿੱਚ, ਔਰ ਚੰਨੀ ਸਾਹਿਬ ਬਾਰ-ਬਾਰ ਐਲਾਨ ਕਰ ਰਹੇ ਨੇ, ਕਦੇ ਕੋਈ। ਹੁਣ ਇਹਦੇ ਵਿੱਚ ਕੀ ਹੈ ਕਿ ਪੰਜਾਬ ਨੂੰ ਕੀ ਚਾਹੀਦਾ ਜੀ, ਪੰਜਾਬ ਦੇ ਭਵਿੱਖ ਦਾ ਏਜੰਡਾ ਕੀ ਹੋਵੇ, ਇਹਦੇ 'ਤੇ ਕੋਈ ਚਰਚਾ ਨਹੀਂ ਹੈ ਕਿਸੇ ਵੀ ਪਾਰਟੀ ਵੱਲੋਂ। ਕੋਈ ਐ ਨਹੀਂ ਕਿ ਇੱਕ ਪਾਰਟੀ ਵੱਲੋਂ ਜਾਂ ਦੂਜੀ ਵੱਲੋਂ। ਪੰਜਾਬ ਦਾ ਜਿਵੇਂ ਜੇ ਡਾਕਟਰ ਹੁੰਦਾ ਨਾ, ਕੋਈ ਮਰੀਜ਼ ਤੁਹਾਡੇ ਸਾਹਮਣੇ ਚਲਾ ਜਾਂਦਾ ਤਾਂ ਉਹ ਡਾਇਗਨੋਜ਼ ਕਰਦਾ ਪਹਿਲਾਂ ਬਿਮਾਰੀ ਕੀ ਹੈ, ਅਤੇ ਡਾਇਗਨੋਜ਼ ਕਰਨ ਤੋਂ ਬਾਅਦ ਫਿਰ ਟਰੀਟਮੈਂਟ ਕਰਦਾ, ਇਲਾਜ ਦਿੰਦਾ। ਸਾਡੇ ਡਾਇਗਨੋਜ਼ ਦੀ ਕੋਈ ਗੱਲ ਹੀ ਨਹੀਂ, ਨਾ ਕਿਤੇ ਕੋਈ ਚਰਚਾ ਹੋ ਰਹੀ ਹੈ, ਸਿੱਧਾ ਟਰੀਟਮੈਂਟ ਦੇ ਰਹੇ ਨੇ ਵੀ ਆਹ ਜੀ ਮੈਂ 100 ਯੂਨਿਟ, ਕਿਸੇ ਨੇ 400 ਯੂਨਿਟ, ਕਿਸੇ ਨੇ ਕੋਈ ਐਲਾਨ ਕਰਤਾ, ਕਿਸੇ ਨੇ ਕੋਈ ਐਲਾਨ ਕਰਤਾ। ਮਤਲਬ
ਜਿਵੇਂ ਮੇਲੇ ਦੇ ਵਿੱਚ ਐਲਾਨ ਹੁੰਦੇ ਹੁੰਦੇ ਨੇ, ਦੁਕਾਨਦਾਰ ਆਵਾਜ਼ਾਂ ਮਾਰਦੇ ਨੇ ਨਾ, ਖੜ ਕੇ ਪਕੌੜੇ ਲੈ ਜਾਓ, ਜਲੇਬੀ ਲੈ ਜਾਓ, ਜੋ ਮਰਜ਼ੀ ਕਰ ਲਓ। ਸਿਆਸਤ ਇਸ ਲੈਵਲ ਦੀ ਹਲਕੀ ਹੋ ਗਈ ਹੈ। ਅਤੇ ਫਿਰ ਤੁਸੀਂ ਸਿਆਸਤ ਬੰਦਿਆਂ ਦੇ ਇਰਦ ਗਿਰਦ ਘੁਮਾ ਰਹੇ ਹੋ। ਚੰਨੀ ਉਹਨੂੰ ਕਹਿੰਦਾ ਇਹ ਆਮ ਆਦਮੀ ਨਹੀਂ, ਮੈਂ ਆਮ ਆਦਮੀ ਆ, ਉਹ ਕਹਿੰਦਾ ਮੈਂ ਹੀ ਆਮ ਆਦਮੀ ਆ, ਮੇਰਾ ਰੰਗ ਚਾਹੇ ਕਾਲਾ ਹੈ ਅਤੇ ਮੈਨੂੰ ਲੋਕ ਪਸੰਦ। ਮਤਲਬ ਕੀ ਡਰਾਮਾ, ਜਿਹੜਾ ਥੀਏਟਰ, ਸ਼ਾਇਦ ਡਰਾਮੇ ਵਾਲੇ ਬੰਦੇ ਥੀਏਟਰ ਦੇ ਵਿੱਚ ਕਲਾਕਾਰੀ ਉਨੀ ਖੂਬਸੂਰਤ ਨਾ ਕਰ ਸਕਦੇ ਹੁਣ ਜਿੰਨਾ ਇਹ ਸਾਡਾ ਪੋਲੀਟੀਸ਼ੀਅਨ ਕਰ ਰਿਹਾ ਅੱਜ ਕੱਲ੍ਹ ਜੀ। ਜਿਹਦੇ 'ਚੋਂ ਗੰਭੀਰਤਾ ਗਾਇਬ ਹੈ, ਜਿਹਦੇ ਤੋਂ ਸ਼ਾਇਦ ਉਹ ਟ੍ਰੈਜਿਕ ਸ਼ੋਅ ਤਾਂ ਨਹੀਂ ਹੁੰਦਾ, ਮਤਲਬ ਉਹੋ ਜਿਹੀ ਕਲਾਕਾਰੀ ਤਾਂ ਨਹੀਂ ਹੋ ਰਹੀ ਜਿੰਨਾ ਸੰਕਟ ਹੈ। ਪਰ ਜਿਹੜੀ ਆ ਹਾਸੇ ਮਜ਼ਾਕ ਵਾਲੀ ਮਤਲਬ ਪੋਲੀਟਿਕਸ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਔਰ ਉਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਜਿਹੜਾ ਹੁਣ ਦੁਬਾਰਾ ਉਹ ਦੁਹਰਾਤੇ ਨੇ ਮੁੱਖ ਮੰਤਰੀ ਨੇ ਸਾਰੇ, ਕਿ ਅਸੀਂ ਫ੍ਰੀ ਕੀ ਦੇ ਰਹੇ ਹਾਂ। ਤੁਸੀਂ ਕਹਿ ਰਹੇ ਹੋ ਇਹਨਾਂ ਤੋਂ ਦਿੱਤਾ ਨਹੀਂ ਜਾਣਾ, ਦੇਖੋ ਮੈਂ ਨੋਟੀਫਿਕੇਸ਼ਨ ਜਾਰੀ ਕਰਤੇ। ਜੇ ਫਾਰ ਦੀ ਟਾਈਮਿੰਗ ਨੋਟੀਫਿਕੇਸ਼ਨ ਜਾਰੀ ਕਰ ਵੀ ਦਿੱਤੇ ਹੋਣਗੇ, ਸਭ ਤੋਂ ਵੱਡੇ ਕੁਐਸਚਨ ਇਹ ਨੇ ਕਿ ਪੰਜਾਬ ਦਾ ਬੰਦਾ ਹਰ ਚੀਜ਼ ਮੁਫਤ ਕਿਉਂ ਚਾਹੁੰਦਾ ਹੈ, ਜਾਂ ਮੁਫਤ ਤੱਕ ਚਲਾ ਕਿਉਂ ਗਿਆ ਜੀ। ਇਹਦਾ ਮਤਲਬ ਇਹ ਹੈ ਕਿ ਤੁਸੀਂ ਪਿਛਲੇ 70-75 ਸਾਲਾਂ 'ਚ ਉਹਨੂੰ ਇੰਨਾ ਜ਼ਿਆਦਾ ਕਮਜ਼ੋਰ ਕਰਤਾ, ਉਹਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਿਆ, ਉਹਦੇ ਕੋਲ ਆਮਦਨ ਦੇ ਉਹ ਸਾਧਨ ਨਹੀਂ ਰਹੇ ਕਿ ਉਹ ਆਪਣੀਆਂ ਚੀਜ਼ਾਂ ਖਰੀਦ ਸਕੇ ਜੀ। ਤੁਸੀਂ ਉਹਨੂੰ ਲਗਾਤਾਰ ਆਰਥਿਕ ਤੌਰ 'ਤੇ ਕੰਗਾਲ ਕਰਦੇ ਗਏ ਹੋ। ਇਹਦੇ 'ਤੇ ਸ਼ਰਮ ਮਹਿਸੂਸ ਕਰਨ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਇਹ ਕਹਿ ਰਹੇ ਹੋ ਕਿ ਅਸੀਂ ਦਾਨੀ ਪੁਰਸ਼ ਦੇ ਤੌਰ 'ਤੇ ਪੇਸ਼ ਆ ਰਹੇ ਹਾਂ, ਜਾਂ ਅਸੀਂ ਦੇਵਾਂਗੇ। ਔਰ ਇਹ ਜਿੰਨਾ ਚਿਰ ਇਹ ਮਾਮਲਾ ਹੱਲ ਨਹੀਂ ਹੁੰਦਾ ਕਿ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ, ਪੰਜਾਬ ਦੀ ਜਿਹੜੀ ਵਾਤਾਵਰਨਕ ਸਥਿਤੀ ਹੈ, ਪੰਜਾਬ ਦੀ ਜਿਹੜੀ ਸੱਭਿਆਚਾਰਕ ਵਿਗਾੜ ਨੇ, ਪੰਜਾਬ ਦੇ ਜਿਹੜੇ ਸਮਾਜਿਕ ਆਪਸੀ ਤਣਾਅ ਨੇ, ਉਹ ਕਿਵੇਂ ਠੀਕ ਹੋਣਗੇ। ਉਹਨਾਂ 'ਤੇ ਬੁਨਿਆਦੀ ਬਹਿਸ, ਬੁਨਿਆਦੀ ਚਰਚਾ ਚੱਲੇ। ਔਰ ਇੱਕ ਜਗ੍ਹਾ ਬੈਠ ਕੇ ਵੀ ਇਹ ਬੰਦੇ ਡਿਸਕਸ ਕਰ ਸਕਦੇ ਨੇ ਜੇਕਰ ਕਰਨਾ ਹੋਵੇ, ਅਤੇ ਆਪੋ ਆਪਣਾ ਬਿਆਨ ਦੇਣ, ਆਪੋ ਆਪਣੀ ਗੱਲ ਕਰਨ ਕਿ ਤੁਹਾਡੇ ਕੋਲ ਕੀ ਹੈ ਪੰਜਾਬ ਦਾ ਏਜੰਡਾ। ਪਰ ਇਹ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਕਿ ਲੋਕ ਰੋਲ ਘਚੋਲੇ 'ਚ ਹੀ ਹੋਣ, ਉਸ ਘਚੋਲੇ ਦੇ ਵਿੱਚੋਂ ਇੱਕ ਵੋਟਾਂ ਸਾਨੂੰ ਪਾ ਦਿੱਤੀਆਂ ਜਾਣ। ਇਸ ਲੈਵਲ ਦੀ ਜਿਹੜੀ ਹਲਕੀ ਪੋਲੀਟਿਕਸ ਹੈ, ਪੰਜਾਬ ਵਰਗਾ ਮੇਰੇ ਖਿਆਲ ਹੈ ਗੰਭੀਰ ਸੂਬਾ ਜਾਂ ਇਤਿਹਾਸਕ ਸੂਬਾ ਜਿਹਨੇ ਇਤਿਹਾਸ 'ਚ ਮੱਲਾਂ ਮਾਰੀਆਂ ਨੇ, ਉਹ ਡਿਜ਼ਰਵ ਨਹੀਂ ਕਰਦਾ ਇਹੋ ਜਿਹੀ ਲੀਡਰਸ਼ਿਪ ਕਿਸੇ ਵੀ ਰੂਪ ਦੇ ਵਿੱਚ। ਇਹ ਤੋਂ ਵਧੀਆ ਲੀਡਰਸ਼ਿਪ ਡਿਜ਼ਰਵ ਕਰਦਾ, ਅਤੇ ਕਿ ਤੋਂ ਵਧੀਆ ਲੀਡਰ ਔਰ ਵਧੀਆ ਪਾਰਟੀਆਂ ਔਰ ਵਧੀਆ ਗੰਭੀਰਤਾ ਨਾਲ ਸੋਚਣ ਵਾਲੇ ਲੋਕਾਂ ਅੱਗੇ ਆਉਣ ਕਿਸੇ ਨਾ ਕਿਸੇ ਰੂਪ 'ਚ। ਜੀ ਹਮੀਰ ਜੀ, ਇਹ ਤਾਂ ਅਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ। ਜੇਕਰ ਗੱਲ ਕਰੀਏ ਕਿਸਾਨ ਅੰਦੋਲਨ ਦੀ, ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 4 ਦਸੰਬਰ ਦੀ ਮੀਟਿੰਗ ਸੱਦੀ ਗਈ ਹੈ। ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਅੰਦੋਲਨ ਦੀ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਣ ਦੀਆਂ ਸੰਭਾਵਨਾਵਾਂ ਨੇ, ਅਤੇ ਇਸ ਦੇ ਨਾਲ ਹੀ ਅਸੀਂ ਜਾਣਨਾ ਚਾਹਾਂਗੇ ਜੇ ਕਿਸਾਨ ਪੰਜਾਬ ਦਾ ਜਿਹੜਾ ਹੈਗਾ ਘਰ ਵਾਪਸੀ ਕਰਦਾ, ਤਾਂ ਉਸ ਦਾ ਪੰਜਾਬ ਦੀ ਰਾਜਨੀਤੀ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ। ਇਹ ਬਿਲਕੁਲ ਠੀਕ ਗੱਲ ਹੈ ਕਿ ਜਿਹੜਾ ਅੰਦੋਲਨ ਦਾ ਅਸਰ ਸਾਰੇ ਸਿਆਸਤਦਾਨਾਂ ਨੂੰ ਪਤਾ ਪੈਣਾ ਹੀ ਪੈਣਾ ਹੈ ਜੀ। ਇਸੇ ਕਰਕੇ ਉਹ ਕਿਸਾਨੀ ਦੀ ਬਜਾਏ ਨਾ ਇੱਧਰ ਉੱਧਰਲੇ ਐਲਾਨ ਕਰ ਰਹੇ ਨੇ ਹੋਰਾਂ ਲੋਕਾਂ ਲਈ, ਇਹਨੂੰ ਆਏ ਤਾਂ ਕਿ ਉਦੋਂ ਤੱਕ ਕੋਈ ਚੀਜ਼ ਬਣਾ ਲਓ। ਪਰ ਐਵੇਂ ਬਣਦੀ ਨਹੀਂ ਹੁੰਦੀ। ਜਦੋਂ ਇੱਕ ਅੰਦੋਲਨ 'ਚ ਚੀਜ਼ ਹੈ, ਅਤੇ ਅੰਦੋਲਨ ਵੀ ਕਾਮਯਾਬ ਅੰਦੋਲਨ ਹੋਵੇ, ਅੰਦੋਲਨ ਵੀ ਨਰਿੰਦਰ ਮੋਦੀ ਵਰਗੇ ਬੰਦੇ ਨੂੰ ਪਿੱਛੇ ਹਟਾਉਣ ਦੀ ਤਾਕਤ ਵਾਲਾ ਅੰਦੋਲਨ ਹੋਵੇ, ਮਤਲਬ ਇਹ ਅੰਦੋਲਨ ਆਮ ਅੰਦੋਲਨ ਨਹੀਂ ਹੈ। 1 ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਜਦੋਂ ਵਾਪਸ ਆਉਣਗੇ, 4 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ। ਔਰ ਜਿਹੜੇ ਦੂਜੇ ਮੁੱਦੇ ਨੇ, 3 ਬਿੱਲਾਂ 'ਤੇ ਤਾਂ ਰਾਸ਼ਟਰਪਤੀ ਨੇ ਵੀ ਮੋਹਰ ਲਾਤੀ ਹੈ। ਪਹਿਲਾਂ ਇਹ ਸੀ ਵੀ ਚਲੋ 3 ਬਿੱਲਾਂ, ਇਹਦਾ ਮਤਲਬ ਜਿੱਥੋਂ ਮੁੱਦਾ ਸਟਾਰਟ ਹੋਇਆ ਸੀ ਐਜੀਟੇਸ਼ਨ ਅੰਦੋਲਨ, ਜਿਹੜੇ 3 ਕਾਨੂੰਨਾਂ ਦੀ ਵਾਪਸੀ ਵਾਲਾ, ਉਹ ਤਾਂ 100% ਠੀਕ ਹੋ ਜੋ ਜਿੱਤਿਆ ਗਿਆ। ਫਿਰ ਉਹਦੇ ਨਾਲ ਜਿਹੜਾ ਜਿਵੇਂ ਜਿਵੇਂ ਅੱਗੇ ਜੁੜੀਆਂ ਚੀਜ਼ਾਂ, ਅਤੇ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਦੀ ਗਰੰਟੀ ਦਾ ਸਵਾਲ ਹੈ, ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਣ ਦਾ ਸਵਾਲ ਹੈ, ਅਤੇ ਜਿਹੜੇ ਪਰਚੇ ਦਰਜ ਹੋਏ ਨੇ ਉਹ ਪਰਚੇ ਵਾਪਸ ਲੈਣ ਦਾ ਸਵਾਲ ਹੈ, ਲਖੀਮਪੁਰੀ ਘਟਨਾ ਦੇ ਬੰਦਿਆਂ ਨੂੰ, ਦੋਸ਼ੀਆਂ ਨੂੰ ਸਜ਼ਾ ਦਾ, ਉਹ ਸਜ਼ਾ ਦਾ ਪ੍ਰੋਸੈਸ ਸੁਪਰੀਮ ਕੋਰਟ ਦੀ ਅਗਵਾਈ 'ਚ ਚੱਲ ਵੀ ਰਿਹਾ ਉਸ ਪੱਧਰ ਦੇ ਉੱਤੇ ਕਿ ਕੀ ਹੋਣਾ ਹੈ। ਉਹ ਜਿੰਨੇ ਮੁੱਦੇ ਨੇ ਸਾਡੇ ਸਾਹਮਣੇ, ਜਾਂ ਪਰਾਲੀ ਵਾਲਾ ਕਾਨੂੰਨ ਹੈ, ਜਾਂ ਬਾਕੀ ਪਰਾਲੀ ਵਾਲੇ 'ਤੇ ਵੀ ਉਹਨਾਂ ਨੇ ਜਵਾਨੀ ਤਾਂ ਕਹਿ ਹੀ ਦਿੱਤਾ ਕਿ ਅਸੀਂ ਨਹੀਂ ਲਵਾਂਗੇ ਉਹ ਗੱਲ। ਪਰ ਇੱਕ ਜਿਹੜੀ ਵੱਡੀ ਗੱਲ ਕਿਸਾਨ ਉਠਾ ਰਹੇ ਨੇ, ਜਿਹੜੀ ਗੱਲ ਗੌਰਮੈਂਟ ਨੂੰ ਸਮਝਣ ਦੀ ਲੋੜ ਵੀ ਹੈ, ਦੇਸ਼ ਦੇ ਜਮਹੂਰੀ ਢਾਂਚੇ ਲਈ ਲੋੜ ਹੈ, ਦੁਨੀਆ ਨੂੰ ਦਿਖਾਉਣ ਲਈ ਵੀ ਲੋੜ ਹੈ ਕਿ ਜਿਹੜੇ ਮੁੱਦੇ ਉਹ ਲੈ ਕੇ ਚੱਲੇ ਨੇ, ਉਹਨਾਂ 'ਤੇ ਸਰਕਾਰ ਨੂੰ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ 'ਚ ਝਿਜਕ ਕੀ ਹੈ, ਹਰਜ ਕੀ ਹੈ, ਸ਼ਰਮ ਕੀ ਹੈ ਜੀ। ਅਤੇ ਤੁਸੀਂ ਇਹਦੇ ਤੋਂ ਮਤਲਬ ਕੀ ਹੁੰਦਾ, ਇਹ ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ। ਅਜੇ ਤੁਸੀਂ ਇਹ ਮੰਨਣ ਲਈ ਤਿਆਰ ਨਹੀਂ ਹੋ ਕਿ ਆਗੂ ਨੇ, ਆਗੂਆਂ ਨਾਲ ਬੈਠ ਕੇ ਗੱਲ ਕਰਨੀ ਲੋੜ ਹੈ। ਅਤੇ ਤੁਸੀਂ ਅਲੱਗ-ਅਲੱਗ ਕਰੀ ਜਾਂਦੇ। ਹੁਣ 2-3 ਦਿਨ ਪਹਿਲਾਂ ਉਹਨਾਂ ਨੇ ਕਿਸਾਨ ਆਗੂਆਂ ਨੂੰ ਟੈਲੀਫੋਨ ਕੀਤਾ
ਕਿ 5 ਬੰਦੇ ਦੇ ਦਿਓ ਤੁਹਾਡੇ ਜਿਹੜੇ ਕਮੇਟੀ 'ਚ ਪਾਉਣੇ ਨੇ। ਇਹਨਾਂ ਜਿਵੇਂ ਪਿੰਡ 'ਚ 2 ਬੰਦੇ ਲੜ ਪੈਂਦੇ ਨੇ ਵੀ ਇਹਨੂੰ ਅਜੇ ਸ਼ਕਲ ਨਹੀਂ ਦਿਖਾਉਣੀ, ਤੀਜੇ ਦੇ ਰਾਹੀਂ ਗੱਲਾਂ ਕਰਦੇ ਨੇ ਇੱਧਰ ਉੱਧਰ ਦੀਆਂ, ਉਹ ਮਜ਼ਾਕ ਹੈ। ਕੀ ਸੀਰੀਅਸਨੈਸ ਦੀ ਪੋਲੀਟਿਕਸ ਹੈਗੀ ਆ ਸਾਡੇ। ਅਤੇ ਤੁਸੀਂ ਆਪਣੇ ਇੱਕ ਸਰਕਾਰ ਹੈ, ਦੂਜੇ ਦੇਸ਼ ਦੇ ਨਾਗਰਿਕ ਨੇ, ਉਹ ਆਪਸ ਦੇ ਵਿੱਚ ਬੈਠ ਕੇ ਇਹ ਗੱਲ ਨਿਪਟਾ ਸਕਦੇ ਨੇ। ਪਹਿਲਾਂ ਤੁਸੀਂ ਟੈਲੀਫੋਨ ਕਰਦੇ ਹੋ, ਫਿਰ ਉਹ ਬੈਠ ਕੇ ਮੀਟਿੰਗ ਕਰਦੇ ਨੇ। ਟੈਲੀਫੋਨ ਤਾਂ ਨਹੀਂ ਅਸੀਂ ਮੰਨਦੇ, ਜਦ ਅਸੀਂ ਤੁਹਾਨੂੰ ਚਿੱਠੀ ਲਿਖੀ ਆ ਤੁਸੀਂ ਲਿਖਤੀ ਦਿਓ। ਅੱਧੇ ਗੱਲਾਂ ਇਹ ਜਿਹੜੀਆਂ ਇੱਕ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਉਹਦੇ ਕਰਕੇ ਦੇਰੀ ਵੀ ਹੋ ਰਹੀ ਹੈ ਮਾਮਲਿਆਂ ਦੇ ਵਿੱਚ। ਹੁਣ ਲੱਗਦਾ ਇਹ ਹੈ ਕਿ ਜਦੋਂ ਨੋਟੀਫਿਕੇਸ਼ਨ ਉਹਦਾ ਗਵਰਨਰ ਦੀ ਅਪਰੂਵਲ ਮਿਲ ਗਈ, 3 ਐਕਟ ਪੂਰੀ ਤਰ੍ਹਾਂ ਚਲੇ ਗਏ, ਤਾਂ ਕੱਲ੍ਹ ਜਿਹੜੀ ਮੀਟਿੰਗ ਹੋਈ ਹੈ ਜਥੇਬੰਦੀਆਂ ਦੀ, ਉਹਨਾਂ ਨੇ 5 ਬੰਦਿਆਂ ਦੇ ਨਾਮ ਵੀ ਸਿਲੈਕਟ ਕਰ ਲਏ ਕਿ ਅਸੀਂ ਆਹ ਦੇਣੇ ਨੇ MSP ਦੇ ਮਾਮਲੇ 'ਤੇ। ਆਹ ਇੱਕ ਦਿਨ 'ਚ ਕੱਲ੍ਹ ਤੱਕ ਸ਼ਾਇਦ ਗੌਰਮੈਂਟ ਨਾਲ ਕੋਈ ਹੋਰ ਚੀਜ਼ ਹੁੰਦੀ ਹੈ। ਫਿਰ ਜੋ ਵੀ ਸੰਯੁਕਤ ਮੋਰਚਾ 4 ਤਰੀਕ ਨੂੰ ਫੈਸਲਾ ਕਰੂਗਾ, ਜਿਹੜਾ ਉਹਦੀ ਮੀਟਿੰਗ ਹੈ, ਉੱਥੇ ਕਿੰਨਾ ਚਿਰ ਬੈਠਣਾ ਨਹੀਂ ਬੈਠਣਾ, ਜਾਂ ਤਰਤੀਬ ਕੀ ਹੋਏ। ਔਰ ਜਿਵੇਂ ਉਹ ਕਹਿ ਚੁੱਕੇ ਨੇ, ਔਰ ਇਹ ਗੱਲ ਬਿਲਕੁਲ ਵਾਜਬ ਹੈ ਸੰਯੁਕਤ ਮੋਰਚੇ ਦੀ, ਕਿ ਇਹ ਗੱਲਾਂ ਮੰਨਣ ਤੋਂ ਬਾਅਦ ਵੀ ਘੱਟੋ ਘੱਟ ਸਮਰਥਨ ਮੁੱਲ 'ਤੇ ਕਮੇਟੀ ਬਣਨ ਤੋਂ ਬਾਅਦ ਵੀ ਮੋਰਚਾ ਖਤਮ ਨਹੀਂ ਹੋਊਗਾ। ਮੋਰਚੇ ਦਾ ਪਹਿਲਾ ਪੜਾਅ ਜਿਹੜਾ ਉੱਥੋਂ ਉੱਠੂਗਾ, ਉਦੋਂ ਬਾਅਦ ਫਿਰ ਦੁਬਾਰਾ ਨਵੀਆਂ ਗੱਲਾਂ 'ਤੇ ਜਿੰਨੀਆਂ, ਕਿਉਂਕਿ ਖੇਤੀ ਦਾ ਡਿਵੈਲਪਮੈਂਟ ਦਾ ਜਿਹੜਾ ਅਲੱਗ ਮਾਡਲ ਹੈ, ਉਹਦੀ ਕਿਸਾਨ ਦੇ ਲਾਹੇਵੰਦ ਭਾਅ, ਬਾਕੀ ਸਾਰੀਆਂ ਚੀਜ਼ਾਂ ਹੀ ਉਹਦੇ ਵਿੱਚ ਅਜੇ ਸ਼ਾਮਲ ਨੇ। ਸਾਡੇ ਵਾਤਾਵਰਨਕ ਸਵਾਲ ਵੀ ਨੇ, ਪਾਣੀ ਦੇ ਸਵਾਲ ਵੀ ਨੇ, ਉਹ ਸਾਰੇ ਸਵਾਲ ਵੀ ਐਡਰੈਸ ਕਰਨ ਦੀ ਗੱਲ ਹੈ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅਜੇ ਇਹ ਚੱਲੂਗਾ ਉਸ ਪੱਧਰ ਦੇ ਉੱਤੇ। ਹਾਂ, ਜਦੋਂ ਵਾਪਸ ਆਉਣਗੇ ਵਾਪਸ ਆ ਕੇ ਉਹਨਾਂ 'ਤੇ ਸਭ ਤੋਂ ਵੱਡੇ ਸਵਾਲ ਇਹ ਹੋਣਗੇ ਕਿ ਹੁਣ ਪੰਜਾਬ ਦੀਆਂ ਵੋਟਾਂ ਬਾਰੇ ਤੁਹਾਡਾ ਕੀ ਖਿਆਲ ਹੈ, ਤੁਹਾਡਾ ਸੋਲੂਸ਼ਨ ਕੀ ਹੈ। ਅਤੇ ਕੀ ਉਹ ਇੱਕ ਗਰੁੱਪ ਬਣਾ ਲੈਂਦੇ ਨੇ ਆਪਦਾ, ਆ ਕੇ ਇੱਕ ਗਰੁੱਪ ਬਣਾ ਕੇ ਮੀਟਿੰਗਾਂ ਕਰਕੇ ਕੋਈ ਨਵੇਂ ਧਿਰ ਇੱਕ ਹੋਰ ਹੋ ਜਾਂਦੀ ਹੈ। ਜਿਵੇਂ ਇੱਕ ਧਿਰ ਅਕਾਲੀ BJP ਹੋ ਗਈ, ਇੱਕ ਧਿਰ ਆਮ ਆਦਮੀ ਪਾਰਟੀ ਹੋ ਗਈ, ਇੱਕ ਧਿਰ ਕਾਂਗਰਸ ਹੋ ਗਈ, ਇੱਕ ਧਿਰ ਅਮਰਿੰਦਰ BJP ਪਲੱਸ, ਜਿਵੇਂ ਕਹਿੰਦੇ ਨੇ ਢੀਂਡਸੇ। ਪ੍ਰੈਕਟੀਕਲੀ ਇਹ ਹੋਊਗੇ ਨਹੀਂ, ਪਰ 4 ਧਿਰਾਂ ਹੋ ਗਈਆਂ। ਕੀ ਇੱਕ 5ਵੀਂ ਧਿਰ ਵੀ ਆਉਣ ਵਾਲੀ ਹੈ ਪੰਜਾਬ ਦੇ ਵਿੱਚ? ਅਤੇ ਜੇ 5ਵੀਂ ਧਿਰ ਆਉਂਦੀ ਹੈ ਤਾਂ ਪੰਜਾਬ ਦਾ ਚੋਣ ਦੰਗਲ ਰੌਚਕ ਹੋ ਜਾਏਗਾ, ਹੋਰ ਤਰ੍ਹਾਂ ਦਾ ਰੌਚਕ ਹੋਏਗਾ, ਜਿਹੜਾ ਨਾਰਮਲ ਰੌਚਕਤਾ ਨਹੀਂ ਜਿਹਦੇ 'ਚ ਹੋਏਗੀ। ਜਿਹੜਾ ਸ਼ਾਇਦ ਇੱਕ ਅਲਟਰਨੇਟਿਵ ਏਜੰਡੇ 'ਤੇ ਜਿਹੜਾ ਐਵੇਂ ਨਹੀਂ ਐਲਾਨ ਕਰੇਗਾ ਜਿਹੜੇ ਬਾਕੀ ਦੇ ਐਲਾਨ ਹੋ ਰਹੇ ਨੇ, ਜਿਹੜਾ ਸ਼ਾਇਦ ਸਟਰਕਚਰਲ ਮੁੱਦਿਆਂ 'ਤੇ ਵੀ, ਢਾਂਚਾਗਤ ਮੁੱਦਿਆਂ 'ਤੇ ਵੀ ਗੱਲ ਕਰੇਗਾ, ਜਿਹੜਾ ਜਿਹਦੇ ਕੋਲ ਪੰਜਾਬ ਨੂੰ ਖੇਤੀ ਕਿਵੇਂ ਬਚਣੀ ਹੈ, ਪੰਜਾਬ ਦੇ ਮਾਮਲੇ ਜਿਹੜੇ ਏਜੰਡਾ ਉਹ ਲੈ ਕੇ ਗਿਆ, ਕਾਰਪੋਰੇਟ ਨੂੰ ਹਰਾਉਣ ਦਾ ਜਿਹੜਾ ਉਹ ਏਜੰਡਾ ਲੈ ਕੇ ਗਿਆ, ਫੈਡਰਲਿਜ਼ਮ ਨੂੰ ਮਜ਼ਬੂਤ ਕਰਨ ਦਾ, ਲੋਕਾਂ ਨੂੰ ਇੰਪਾਵਰ ਕਰਨ ਦਾ, ਤਾਂ ਸ਼ਾਇਦ ਉਹ ਇੱਕ ਅਲਟਰਨੇਟਿਵ ਏਜੰਡੇ 'ਤੇ ਇਹ ਬਾਕੀ ਤਰ੍ਹਾਂ ਵੀ ਬਹਿਸ ਕਰਨ ਲਈ ਮਜਬੂਰ ਹੋਣ। ਜਿਹੜੇ ਇਹਨਾਂ ਦੇ ਹੁਣ ਦੇ ਐਲਾਨ ਨੇ, ਇਹਨਾਂ ਦੀ ਬਜਾਏ ਸਿਆਸਤ ਸੀਰੀਅਸ ਰੁਖ ਲੈ ਲਵੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਧਿਰਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇ, ਵੱਡੇ ਵੱਡੇ ਵਾਅਦੇ ਕਰ ਰਹੀਆਂ ਨੇ, ਅਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਹੈਗਾ ਪੰਜਾਬੀਆਂ ਨੂੰ ਮੁਫਤ ਦੇਣ ਦੇ ਜਿਹੜੇ ਐਲਾਨ ਕਰ ਰਹੀਆਂ ਨੇ। ਜਦ ਕਿ ਸੋਚਣ ਦੀ ਗੱਲ ਇਹ ਹੈ ਕਿ ਪੰਜਾਬੀਆਂ ਨੂੰ ਇਹ ਚੀਜ਼ਾਂ ਮੁਫਤ ਦੇਣ ਦੀ ਜਿਹੜੀ ਹੈਗੀ ਹੈ ਗੱਲ ਪਹੁੰਚੀ ਕਿਉਂ ਹੈ, ਇਸ ਲਈ ਜ਼ਿੰਮੇਵਾਰ ਕੌਣ ਹੈ, ਇਸ ਬਾਰੇ ਕੋਈ ਵੀ ਸਿਆਸੀ ਪਾਰਟੀ ਜਿਹੜੀ ਹੈਗੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ। ਜਦ ਕਿ ਇਸ ਬਾਰੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਮਾਹਿਰਾਂ ਨੂੰ ਜਿਹੜਾ ਹੈਗਾ ਬੈਠ ਕੇ ਸੋਚਣ ਦੀ, ਵਿਚਾਰ ਚਰਚਾ ਕਰਨ ਦੀ ਲੋੜ ਹੈ ਵੀ ਅੱਜ ਪੰਜਾਬੀਆਂ ਨੂੰ ਹਰ ਚੀਜ਼ ਮੁਫਤ ਦੇਣ ਦੀ ਲੋੜ ਕਿਉਂ ਪੈ ਰਹੀ ਹੈ। ਇਸ ਲਈ ਜ਼ਿੰਮੇਵਾਰ ਕੌਣ ਹੈ, ਜ਼ਿੰਮੇਵਾਰੀ ਜਿਹੜੇ ਹੈਗੇ ਤੈਅ ਕਰਨ ਦੀ ਵੀ ਲੋੜ ਹੈ। ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।